ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਵੇਖਣਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਵੱਖ-ਵੱਖ ਰੇਡੀਓ ਸਟੇਸ਼ਨ ਦੇ ਜ਼ਰੀਏ ਸਾਨੂੰ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਸਮੇਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਜਿਹੜੀਆਂ ਭਾਰਤ ਪੰਜਾਬ ਦੇ ਨਾਲ ਸਰੋਕਾਰ ਰੱਖਦੀਆਂ ਨੇ ਉਹਨਾਂ ਤੇ ਚਾਨਣਾ ਪਾਈਦਾ ਹੈ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਪੰਜਾਬ ਤੋਂ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਤੇ ਚਾਨਣਾ ਪਾਵਾਂਗੇ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਮਿੰਟੂ ਜੀ, ਖਬਰਾਂ ਦੇ ਵੱਲ ਆਪਾਂ ਹੁਣ ਰੁਕ ਕਰਦੇ ਹਾਂ ਤੇ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਭਰਤੂ ਪਿਆ ਹੋਇਆ ਸੀ ਵਿਧਾਨ ਸਭਾ ਸੈਸ਼ਨ ਦੇ ਕਰਕੇ ਤੇ ਅੱਜ ਅੱਧ ਪਚੱਦਾ ਜਿਹਾ ਸੈਸ਼ਨ ਕਹਿ ਲਓ ਖਤਮ ਹੋ ਗਿਆ। ਬੇਸ਼ੱਕ ਪੰਜਾਬ ਦੇ ਮੁੱਦੇ ਤਾਂ ਸਿਰ ਚੜ ਬੋਲਦੇ ਨੇ ਪਰ ਮੈਨੂੰ ਲੱਗਦਾ ਸੈਸ਼ਨ ਜਿਹਨਾਂ ਨੂੰ ਮੁੱਦੇ ਬਾਰੇ ਲੱਭੇ ਨਹੀਂ ਤੇ ਛੇਤੀ ਕੰਮ ਨਿਬੇੜਤਾ ਜੀ। ਦੇਖੋ ਇਹ ਮਿੰਨੀ ਸੈਸ਼ਨ ਸੀਗਾ, ਜਿਵੇਂ ਬੱਸ ਹੁੰਦੀ ਆ ਤੇ ਇੱਕ ਮਿੰਨੀ ਬੱਸ ਹੁੰਦੀ ਆ। ਇੱਕ ਸਰਪੰਚ ਹੁੰਦਾ, ਇੱਕ ਮਿੰਨੀ ਸਰਪੰਚ ਹੁੰਦਾ, ਇੱਕ ਮੁਨਸ਼ੀ ਹੁੰਦਾ, ਇੱਕ ਸ਼ੁਨਸ਼ੀ ਹੁੰਦਾ। ਸੋ ਇਸ ਤਰ੍ਹਾਂ ਹੀ ਆ, ਇਹ ਮਿੰਨੀ ਸੈਸ਼ਨ ਕਹਿ ਸਕਦੇ ਆ ਆਪਾਂ। ਤਾਂ ਇਹ ਜਿਹੜਾ 2-2.5 ਦਿਨ ਦਾ ਇਹਨਾਂ ਨੇ ਇਹ ਸੈਸ਼ਨ ਰੱਖਿਆ ਸੀਗਾ, ਜ਼ਰੂਰ ਇਹਦੇ ਚ ਮੁੱਦੇ ਤਾਂ ਉੱਠੇ ਨੇ। ਜ਼ਰੂਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਮੁੱਦੇ ਨਹੀਂ ਉੱਠੇ। ਠੀਕ ਆ, ਇਹ ਤੁਹਾਡੀ ਆਪਣੀ ਨਜ਼ਰ ਹੋ ਸਕਦੀ ਹੈ ਕਿ ਇਹਦੇ ਵਿੱਚ ਗੰਭੀਰ ਕੀ ਆ, ਗੈਰ ਗੰਭੀਰ ਕੀ ਆ। ਪਰ ਸੜਕਾਂ, ਨਾਲੀਆਂ, ਲਾਅ ਐਂਡ ਆਰਡਰ ਤੋਂ ਲੈ ਕੇ ਪ੍ਰੋਜੈਕਟਾਂ ਤੱਕ ਕੁਝ ਆਵਾਜ਼ਾਂ ਜ਼ਰੂਰ ਉੱਠੀਆਂ ਨੇ। ਪਰ ਜਿਨ੍ਹਾਂ ਨੇ ਇਹਨਾਂ ਨੂੰ ਲੈਣਾ ਹੈ ਗੰਭੀਰਤਾ ਦੇ ਨਾਲ, ਉਹ ਗੰਭੀਰਤਾ ਦੇ ਨਾਲ ਲੈ ਰਹੇ ਨੇ ਕਿ ਨਹੀਂ, ਇਹ ਇੱਕ ਵੱਡਾ ਸਵਾਲ ਆ। ਕਿਉਂਕਿ ਉਹਨਾਂ ਦੇ ਆਪਣੇ MLA ਜਿਹੜੇ ਆ ਉਹ ਇੱਥੋਂ ਤੱਕ ਕਹਿੰਦੇ ਆ ਕਿ ਵੀਰ ਬਣ ਕੇ ਕੁਝ ਨਾ ਕੁਝ ਕਰੋ, ਨਹੀਂ ਤੇ ਪਿੰਡਾਂ 'ਚ ਵੜਨਾ ਔਖਾ ਹੋ ਜਾਣਾ। ਤਾਂ ਇਹਦਾ ਮਤਲਬ ਕਿ ਮੁੱਦੇ ਤਾਂ ਇਹਨਾਂ ਦੇ ਆਪਣੇ ਬੰਦੇ ਵੀ ਚੁੱਕ ਰਹੇ ਨੇ, ਖਾਸ ਤੌਰ ਤੇ ਜੋ ਰੁਕੇ ਹੋਏ ਵਿਕਾਸ ਕਾਰਜ ਨੇ। ਤਾਂ ਗੱਲ ਇਹ ਆ ਕਿ ਅੱਜ ਵੀ ਗੁਰਲਾਲ ਘਨੌਰ ਬੋਲੇ ਹੋਏ, ਇਹਨਾਂ ਦੇ ਵਿਧਾਇਕ ਨੇ, ਖੇਡ ਪਾਲਿਸੀ ਤੇ ਬੋਲੇ ਸੀਗੇ। ਜੇ ਦੇਖੋਗੇ ਕੱਲ ਕੁਲਜੀਤ ਰੰਧਾਵਾ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਸਾਡੀਆਂ ਸੜਕਾਂ ਬਣਵਾ ਦਿਓ, ਲੋਕ ਗਾਲਾਂ ਬੜੀਆਂ ਕੱਢਦੇ ਆ। ਅੱਜ ਕੁਲਵੰਤ ਸਿੰਘ ਇਹਨਾਂ ਦੇ ਸ਼ੁਤਰਾਣਾ ਤੋਂ MLA ਆ, ਉਹਨਾਂ ਨੇ ਆਖਿਆ ਘੱਗਰ ਦਾ ਕੁਝ ਕਰੋ, ਨਹੀਂ ਤੇ ਪਿੰਡਾਂ 'ਚ ਵੜਨਾ ਔਖਾ ਹੋ ਜਾਣਾ। ਇਤਿਹਾਸਕ ਸਾਰੀਆਂ ਇਹ ਚੀਜ਼ਾਂ ਜਿਹੜੀਆਂ ਇਸ਼ਾਰਾ ਕਰਦੀਆਂ ਨੇ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅੱਜ ਇੱਕ ਵਾਰੀ ਫੇਰ ਇਸ ਸਰਕਾਰ ਨੂੰ ਬੇਅਦਬੀਆਂ ਦਾ ਮਾਮਲਾ ਚੁੱਕ ਕੇ ਫਸਾ ਦਿੱਤਾ ਤੇ ਸਪੀਕਰ ਸਾਹਿਬ ਵੀ ਖੁੱਲਾ ਸਮਾਂ ਦੇ ਰਹੇ ਨੇ। ਫਿਰ ਸਪੀਕਰ ਸਾਹਿਬ ਨੇ ਬੋੜ ਸਿੰਘ ਥਾਣੇਦਾਰ ਦਾ ਮਾਮਲਾ ਚੁੱਕ ਕੇ ਸਰਕਾਰ ਨੂੰ ਫਸਾ ਦਿੱਤਾ। ਹੁਣ ਉਸ ਨੂੰ ਕਵਰ ਅਪ ਕਰਨ ਵਾਸਤੇ, ਉਸ ਡੈਮੇਜ ਨੂੰ ਕੰਟਰੋਲ ਕਰਨ ਵਾਸਤੇ ਇਹਨਾਂ ਨੇ ਇੱਕ ਨਵਾਂ ਫਰਮਾਨ ਜਾਰੀ ਕਰ ਦਿੱਤਾ ਕਿ ਕੱਲਾ ਥਾਣੇਦਾਰੀ ਕਿਉਂ, ਜਿਹੜੇ ਜਿਹੜੇ ਅਫਸਰ ਅਧਿਕਾਰੀ ਇਸ ਵੇਲੇ ਇਸ ਤਰ੍ਹਾਂ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਨੇ, ਭਾਈ ਸਾਰਿਆਂ ਦੀਆਂ ਲਿਸਟਾਂ ਲੈ ਆਓ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੁਣ ਡੋਲਿਆ ਰਹਿਤਾ ਜਿਹੜਾ ਉਹਨੂੰ ਸਾਫ਼ ਕਰਨ ਦਾ ਯਤਨ ਕੀਤਾ ਜਾ ਰਿਹਾ। ਲਾਅ ਐਂਡ ਆਰਡਰ ਕਿਹਦੇ ਕੋਲ ਹੈ? ਸਭ ਨੂੰ ਪਤਾ, ਮਾਨ ਸਾਹਿਬ ਕੋਲ ਆ। ਤਾਂ ਗੱਲ ਇਹ ਆ ਕਿ ਘੇਰਾ ਵਿਰੋਧੀ ਧਿਰ ਨੇ ਤੇ ਪਾਇਆ ਹੀ ਆ। ਲਾਰੈਂਸ ਦੀ ਇੰਟਰਵਿਊ ਤੋਂ ਲੈ ਕੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਮੁੱਦੇ ਉੱਥੇ ਚੁੱਕੇ ਗਏ ਨੇ। ਯਾਨੀ ਆਪਾਂ ਕਹਿ ਸਕਦੇ ਹਾਂ ਕਿ ਮੁੱਦੇ ਜ਼ਰੂਰ ਚੁੱਕੇ ਗਏ। ਉਹਨਾਂ ਮੁੱਦਿਆਂ ਦੇ ਹੱਲ ਵਾਸਤੇ ਕਿਸ ਤਰ੍ਹਾਂ ਦੀ ਚਰਚਾ ਹੋਈ ਆ, ਇਹ ਇੱਕ ਵੱਖਰਾ ਵਿਸ਼ਾ ਹੈ। ਹਾਲਾਂਕਿ ਅੱਜ ਜੇ ਤੁਸੀਂ ਦੇਖੋਗੇ ਤਾਂ ਬੋੜ ਸਿੰਘ ਵਾਲੇ ਥਾਣੇਦਾਰ ਦਾ ਮਸਲਾ ਜਿਹੜਾ ਸੀਗਾ ਉਹ ਨਹੀਂ ਚੁੱਕਿਆ ਆਪੋਜੀਸ਼ਨ ਨੇ। ਆਪੋਜੀਸ਼ਨ ਥੋੜੀ ਜੀ ਕਿਤੇ ਨਾ ਕਿਤੇ ਪੇਤਲੀ ਪੈ ਗਈ, ਕਿਉਂਕਿ ਕੱਲ ਮੁੱਖ ਮੰਤਰੀ ਸਾਹਿਬ ਹੋਸ਼ੇ ਢੰਗ ਦੇ ਨਾਲ ਤੂੰ ਤੜਾਕ ਤੇ ਉਤਰ ਆਏ ਸਨ ਬਾਜਵਾ ਨੂੰ। ਸੋ ਇਹ ਸਾਰੀਆਂ ਚੀਜ਼ਾਂ ਮੈਂ ਦੇਖਦਾ ਆ ਕਿ ਠੀਕ ਆ, ਕੋਈ ਵੱਡੀ ਚਰਚਾ ਨਹੀਂ ਹੋਈ। ਮਸਲਨ ਕਿ ਜਿੱਦਾਂ NOC ਦਾ ਮਾਮਲਾ, NOC ਦਾ ਫੈਸਲਾ ਕੀਤਾ, ਅੱਛਾ ਫੈਸਲਾ ਕਿਹਾ ਜਾ ਸਕਦਾ ਹੈ ਜਿਹੜੇ ਬੰਦੇ ਫਸੇ ਖਲੋਤੇ ਨੇ। ਪਰ ਕੁਝ ਚੀਜ਼ਾਂ ਜਿਹੜੀਆਂ ਉਹ ਅਸਪਸ਼ਟ ਨੇ ਉਹਦੇ ਵਿੱਚ ਕਿ ਉਹਨਾਂ ਵਾਸਤੇ ਬੁਨਿਆਦੀ ਢਾਂਚਾ ਜਿਹੜਾ ਮੁਹੱਈਆ ਕਰਵਾਇਆ ਜਾਏਗਾ, ਉਹਦੇ ਵਿੱਚ ਸੜਕਾਂ ਕਲੋਨਾਈਜ਼ਰ ਬਣਾਏਗਾ ਜਿਹੜਾ ਗੈਰ ਕਾਨੂੰਨੀ ਕਲੋਨੀ ਬਣਾ ਗਿਆ, ਜਾਂ ਤੁਸੀਂ ਬਣਾਓਗੇ? ਤੇ 510 ਗਜ ਵਾਲਿਆਂ ਦਾ ਕੀ ਹੋਏਗਾ? ਸੋ ਇਹਨਾਂ ਚੀਜ਼ਾਂ ਤੇ ਉੱਥੇ ਕਲੈਰਿਟੀ ਹੋਣੀ ਚਾਹੀਦੀ ਸੀ, ਚਰਚਾ ਹੋਣੀ ਚਾਹੀਦੀ ਸੀ। ਜਿਹੜੀ ਬਦਕਿਸਮਤੀ ਹੈ ਕਿ ਚਰਚਾ ਨਹੀਂ ਹੁੰਦੀ। ਅੱਜ ਵੀ 4 ਬਿੱਲ ਪਾਸ ਹੋਏ ਨੇ ਫਾਇਰ ਸੇਫਟੀ ਸਮੇਤ। ਇਹ ਜਿਹੜੇ 4 ਬਿੱਲ ਆ ਸਰਬ ਸਹਿਮਤੀ ਦੇ ਨਾਲ ਪਾਸ ਹੋ ਗਏ ਆ। ਇਹਦੇ ਵਿੱਚ ਜੇ ਆਪਾਂ ਵੇਖੀਏ ਤਾਂ ਪੰਚਾਇਤੀ ਚੋਣਾਂ ਦੇ ਵਿੱਚ ਜੋ ਸਰਬਸੰਮਤੀ ਹੁੰਦੀ ਆ, ਜੇ ਹੁੰਦੀ ਹੈ ਤਾਂ 5 ਲੱਖ ਰੁਪਈਆ ਦਿੱਤਾ ਜਾਊਗਾ। ਪਰ ਕਿਤੇ ਵੀ ਇਹ ਗਰੰਟੀ ਨਹੀਂ ਹੈਗੀ ਕਿ ਕਿਤੇ ਸਰਬਸੰਮਤੀ ਜੇ ਹੁੰਦੀ ਹੋਈ ਮਤਲਬ ਕਿ ਚੰਗੇ ਭਾਗਾਂ ਨੂੰ, ਤਾਂ ਕੀ ਇਹਨਾਂ ਦਾ ਕੋਈ ਲੀਡਰ ਉੱਠ ਕੇ ਉੱਥੇ ਟੰਗ ਤੇ ਨਹੀਂ ਡਾਏਗਾ ਕਿ ਸਾਡਾ ਬੰਦਾ ਬਣਨਾ ਚਾਹੀਦਾ? ਮੇਨ ਤੇ ਪੰਗਾ ਇਹੀ ਹੁੰਦਾ ਕਿ ਸੱਤਾਧਾਰੀ ਕਦੇ ਵੀ ਸਹਿਮਤੀ ਨਹੀਂ ਹੋਣ ਦਿੰਦੇ ਜੇਕਰ ਕਿਸੇ ਦੂਜੇ ਤੇ ਹੁੰਦੀ ਹੋਵੇ ਤਾਂ।
ਦੂਜੀ ਗੱਲ ਕਿ ਇਹਨਾਂ ਨੇ ਇੱਕ ਵਾਅਦਾ ਕੀਤਾ ਸੀਗਾ ਕਿ ਹੁਣ ਫਾਇਰ ਮਹਿਕਮੇ ਦੇ ਵਿੱਚ ਜਿਹੜੀਆਂ ਲੜਕੀਆਂ ਨੇ ਭਰਤੀ ਦੇ ਵਾਸਤੇ 60 ਦੀ ਜਗ੍ਹਾ 40 ਕਿਲੋਗ੍ਰਾਮ ਵਜਨ ਚੁੱਕਿਆ ਕਰਨਗੀਆਂ, ਤਾਂ ਪਾਰਟੀ ਦਾ ਸਿੰਬਲ ਜਿਹੜਾ ਉਹਦਾ ਇਹਨਾਂ ਨੇ ਨਿਬੇੜ ਦਿੱਤਾ ਕੰਮ। ਪਰ 30 ਸਾਲ ਤੋਂ ਕੋਈ ਇਲੈਕਸ਼ਨ ਗੁਰਪ੍ਰੀਤ ਜੀ ਪਾਰਟੀ ਦੇ ਸਿੰਬਲ ਤੇ ਪੰਚਾਇਤੀ ਤੌਰ ਤੇ ਹੋਇਆ ਹੀ ਨਹੀਂ, ਠੀਕ ਹੈ ਨਾ ਸਰ। ਤੇ ਬਾਕੀ ਇਹਨਾਂ ਨੇ ਖੇਤੀ ਪਾਲਿਸੀ ਤੇ ਕਹਿ ਦਿੱਤਾ, ਜਿਹਦੇ ਕਰਕੇ ਕਿਸਾਨ ਧਿਰਾਂ ਸੰਘਰਸ਼ੀਲ ਵੀ ਨੇ, ਤਾਂ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਖੇਤੀ ਪਾਲਿਸੀ ਜਿਹੜੀ ਆ ਉਹ ਤਿਆਰ ਕਰ ਲਈ ਆ, ਜਲਦੀ ਹੀ ਸਟੇਕ ਹੋਲਡਰਸ ਦੇ ਨਾਲ ਮੀਟਿੰਗ ਕਰਾਂਗੇ। ਤਾਂ ਇਹ ਸਾਰਾ ਕੁਝ ਜਿਹੜਾ ਸਭ ਉੱਥੇ ਚੱਲਿਆ। ਡੀਏਪੀ ਨੂੰ ਇਹ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਿੱਲਤ ਦਾ ਸਬਬ ਮੰਨਿਆ ਜਾ ਰਿਹਾ ਸੀ ਕਿ ਡੀਏਪੀ ਦਾ ਐਤਕੀ ਕੰਮ ਖਰਾਬ ਹੋ ਜਾਣਾ ਹੈ। ਤਾਂ ਹੁਣ ਇਹਨਾਂ ਨੇ ਕਹਿ ਲਓ ਕਿ ਭਰੋਸਾ ਦਿੱਤਾ ਹੈ ਸੀਐਮ ਸਾਹਿਬ ਨੇ ਕਿ ਡੀਏਪੀ ਦੇ ਨਾਲ ਜੁੜਿਆ ਮਾਮਲਾ ਜਿਹੜਾ ਨੱਡਾ ਸਾਹਿਬ ਨਾਲ ਚੁੱਕਿਆ ਗਿਆ, ਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸੈਂਟਰਲ ਪੂਲ ਦੇ ਵਿੱਚ 120 ਲੱਖ ਮੀਟ੍ਰਿਕ ਟਨ ਅਨਾਜ ਦਿੰਦਾ ਹੈ, ਤੇ ਕੋਈ ਗੱਲ ਨਹੀਂ ਹੈ ਭਾਈ, ਇਹ ਸਾਰਾ ਕੁਝ ਸਾਨੂੰ ਭਰੋਸਾ ਮਿਲਿਆ ਕਿ ਠੀਕ ਹੋ ਜਾਏਗਾ। ਤਾਂ ਇੰਡਸਟਰੀਅਲ ਐਡਵਾਈਜ਼ਰੀ ਬੋਰਡ ਬਣਾਉਣ ਦਾ ਵੀ ਫੈਸਲਾ ਕੀਤਾ ਗਿਆ, ਕਦੋਂ ਬਣਦਾ ਕਦੋਂ ਨਹੀਂ ਬਣਦਾ। ਪਰ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਸਾਹਿਬ ਕਿ ਅੱਜ ਜਿਵੇਂ ਕੁੰਵਰ ਵਿਜੇ ਪ੍ਰਤਾਪ ਨੇ ਐਮਐਸਪੀ ਤੋਂ ਲੈ ਕੇ ਬੇਅਦਬੀ ਦਾ ਮੁੱਦਾ ਚੁੱਕਿਆ, ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਮੈਨੂੰ ਨਹੀਂ ਪਤਾ ਅੰਦਰ ਖਾਤੇ ਕੀ ਚੱਲ ਰਿਹਾ ਹੈ, ਪਰ ਮੈਨੂੰ ਸਾਫ਼ ਸੰਕੇਤ ਮਿਲ ਰਿਹਾ, ਜਿਹੜੀ ਗੱਲ ਮੈਂ ਪਿਛਲੇ ਕੁਝ ਮਹੀਨਿਆਂ ਤੋਂ ਕਹਿ ਰਿਹਾ ਕਿ ਭਗਵੰਤ ਮਾਨ ਜੇ ਇਸੇ ਤਰ੍ਹਾਂ ਚੱਲਦੇ ਰਹੇ ਤਾਂ 2027 ਤੱਕ ਕੁਰਸੀ ਤੇ ਬਣੇ ਰਹਿਣਗੇ। ਇਹ ਉਹਨਾਂ ਦੀ ਗਫਲਤ ਹੋ ਸਕਦੀ ਆ। ਮੈਨੂੰ ਸਪਸ਼ਟ, ਕੋਈ ਮੰਨੇ ਜਾਂ ਨਾ ਮੰਨੇ, ਮੈਨੂੰ ਸਪਸ਼ਟ ਸੰਦੇਸ਼ ਕਹਿ ਲੋ ਕਿ ਸੰਕੇਤ ਮਿਲ ਰਹੇ ਨੇ, ਅੰਦਰ ਖਾਤਿਓ ਸੰਦੇਸ਼ ਵੀ ਮਿਲਣਗੇ ਹੌਲੀ ਹੌਲੀ। ਸੋ ਬਾਹਰੀ ਤੌਰ ਤੇ ਇਹ ਸੰਕੇਤ ਨੇ ਕਿ ਇਹਨਾਂ ਦੇ ਜਿਹੜੇ ਐਮਐਲਏਜ਼ ਆ ਉਹ ਭਰੇ ਪੀਤੇ ਪਏ ਆ, ਕਿਉਂਕਿ ਕੋਈ ਡੱਕਾ ਤੋੜ ਕੇ ਦੂਰਾ ਕਰਕੇ ਰਾਜੀ ਨਹੀਂ ਹੈ। ਸੋ ਇਸ ਵਾਸਤੇ ਇਸ ਸੈਸ਼ਨ ਦੀ ਇਹ ਖਾਸੀਅਤ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਵਿਧਾਇਕ ਇਹਨਾਂ ਦੇ ਡੁੰਨੇ ਵੱਟੇ ਬਣ ਕੇ ਬੈਠੇ ਰਹਿੰਦੇ ਸਨ, ਯੈਸਮੈਨ ਸੀ, ਪਰ ਘੱਟੋ ਘੱਟ ਹੁਣ ਆਪਣੇ ਹਲਕੇ ਵਾਸਤੇ ਸਹੀ ਬੋਲਣਾ ਜ਼ਰੂਰ ਸ਼ੁਰੂ ਕਰ ਚੁੱਕੇ ਆ। ਤਾਂ ਜੇ ਉਹ ਬੋਲਦੇ ਆ ਤਾਂ ਇਹਦਾ ਮਤਲਬ ਇਹ ਆ ਕਿ ਉਹਨਾਂ ਨੂੰ ਪਤਾ ਹੈ ਕਿ ਸਾਡੀ ਹੀ ਸਰਕਾਰ ਹੈ। ਜੇ ਅਸੀਂ ਕੋਈ ਮੁੱਦਾ ਇਸ ਤਰ੍ਹਾਂ ਦਾ ਚੁੱਕਦੇ ਆ ਜਾਂ ਸਰਕਾਰ ਤੇ ਕੋਈ ਸਵਾਲ ਚੁੱਕਦੇ ਹੋ ਤਾਂ ਸਿੱਧਾ ਸੀਐਮ ਸਾਹਿਬ ਦੇ ਉਲਟ ਜਾਏਗਾ। ਪਹਿਲਾਂ ਐਸਾ ਨਹੀਂ ਨਜ਼ਰ ਆਉਂਦਾ ਸੀਗਾ, ਜ਼ਿਆਦਾਤਰ ਮੁੱਦੇ ਜੇ ਚੁੱਕੇ ਵੀ ਜਾਂਦੇ ਸੀ ਗੱਲ ਗੋਲ-ਮੋਲ ਹੋ ਜਾਂਦੀ ਸੀ। ਪਰ ਹੁਣ ਕੁਝ ਵਿਧਾਇਕਾਂ ਨੇ ਕਹਿ ਲਓ, ਜਿਵੇਂ ਬੀਬੀ ਬਲਜਿੰਦਰ ਕੌਰ ਆ, ਕੱਲ ਉਹਨੇ ਕਿਵੇਂ ਆਊ ਲਾ ਕੇ ਰੱਖ ਦਿੱਤੇ ਰਿਫਾਈਨਰੀ ਨੂੰ ਲੈ ਕੇ, ਉਹ ਬੜੇ ਵੱਡੇ ਮੁੱਦੇ ਨੇ। ਸੋ ਇਸ ਕਰਕੇ ਮੈਂ ਸਮਝਦਾ ਕਿ ਇਹ ਇਸ ਸੈਸ਼ਨ ਦੀ ਇੱਕੋ ਇੱਕ ਖਾਸੀਅਤ ਹੈ ਕਿ ਆਪੋਜੀਸ਼ਨ ਨੇ ਵੀ ਜਿੱਥੇ ਮੁੱਦੇ ਚੁੱਕੇ ਨੇ, ਉੱਥੇ ਮਾਨ ਸਾਹਿਬ ਦੇ ਆਪਣੇ ਵਿਧਾਇਕ ਵੀ ਜਿਹੜੇ ਉਹ ਤਰਲੋ ਮੱਛੀ ਨਜ਼ਰ ਆਉਂਦੇ ਆ ਕਿ ਬਈ ਸਾਨੂੰ ਕੁਝ ਨਾ ਕੁਝ ਕਰਨ ਵਾਸਤੇ ਦਿਓ, ਨਹੀਂ ਤਾਂ ਲੋਕ ਕਰ ਦੇਣਗੇ। ਜੀ ਮੈਨੂੰ ਲੱਗਦਾ ਹੈ ਹੁਣ ਜਿਹੜੇ ਇਹਨਾਂ ਦੇ ਵੀ ਵਿਧਾਇਕ ਸੀ, ਉਹ ਅੱਗੇ ਤਾਂ ਜਦੋਂ ਨਵੇਂ ਦਾ ਡਰ ਸੀ, ਪਰ ਹੁਣ ਖੁੱਲ ਕੇ ਮੈਦਾਨ ਚ ਆ ਰਹੇ ਨੇ ਵੀ ਭਾਈ ਸਾਨੂੰ ਲੋਕਾਂ ਦਾ ਵੀ ਡਰ ਹੈ, ਲੋਕ ਵੀ ਸਾਡੇ ਤੋਂ ਸਵਾਲਾਂ ਦੇ ਜਵਾਬ ਮੰਗਦੇ ਨੇ। ਗੱਲ ਉਧਰ ਨੂੰ ਤੁਰ ਪਈ ਹੈ। ਗੱਲ ਹੁਣ ਕਰਦੇ ਆ ਗਿੱਦੜਬਾਹੇ ਦੀ। ਗਿੱਦੜਬਾਹੇ ਚ ਜੋਰ ਲੱਗਣੇ ਨੇ ਪੂਰੇ, ਤੇ ਸ਼ੁਰੂ ਹੀ ਹੋ ਗਏ ਨੇ ਕਹਿ ਲਓ ਜੋਰ ਲੱਗਣੇ। ਪਰ ਗੱਲ ਆਪਾਂ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ, ਤਾਂ ਅਕਾਲੀ ਦਲ ਵਾਲਿਆਂ ਨੇ ਖਾਸ ਤੌਰ ਤੇ ਬਾਦਲ ਪਰਿਵਾਰ ਨੇ ਤਾਂ ਆਪਣੀ ਸ਼ਾਖ ਬਚਾ ਲਈ ਸੀ। ਲੋਕ ਸਭਾ ਚੋਣਾਂ ਦੇ ਵਿੱਚ ਬਠਿੰਡਾ ਜਿੱਤ ਕੇ ਕਹਿ ਲਓ ਵੀ ਇਹ ਕਹਿਣ ਜੋਗੇ ਹੋ ਗਏ ਸੀ ਵੀ ਅਸੀਂ ਪ੍ਰਧਾਨ ਬਣਨ ਦੇ ਬਣੇ ਰਹਿਣ ਦੇ ਲਾਇਕ ਹੈਗੇ ਆ, ਅਸੀਂ ਬਠਿੰਡਾ ਜਿੱਤ ਲਿਆ, ਤੁਸੀਂ ਦੱਸੋ ਕੀ ਜਿੱਤ ਕੇ ਲਿਆਏ। ਹੁਣ ਗਿੱਦੜਬਾਹੇ ਦੇ ਵਿੱਚ ਕਹਿੰਦੇ ਬੀਬੀ ਹੁਣਾਂ ਨੂੰ ਆਪ ਜ਼ਿੰਮੇਵਾਰੀ ਸੌਂਪੀ ਹੈ ਜੀ, ਇਹ ਕਿਵੇਂ ਚੱਲ ਰਿਹਾ ਹੈ ਉੱਥੇ ਦਾ ਪ੍ਰਚਾਰ? ਦੇਖੋ, ਗਿੱਦੜਬਾਹਾ ਦੇ ਵਿੱਚ ਹਾਲੇ ਕੋਈ ਪ੍ਰਚਾਰ ਇੰਨਾ ਵੱਡਾ ਨਹੀਂ ਹੈ। ਕੱਲ ਨੂੰ ਆਮ ਆਦਮੀ ਪਾਰਟੀ ਦੇ ਇੱਕ ਹੋਰ ਲੀਡਰ ਆ ਬਚਿੱਤਰ ਸਿੰਘ ਕਰਾਈਵਾਲਾ, ਸਾਡੇ ਲਾਗੇ ਹੀ ਪਿੰਡ ਆ, ਤੇ ਉਹਨਾਂ ਦਾ ਵੀ ਇਕੱਠ ਰੱਖਿਆ ਗਿਆ। ਇਸ ਤੋਂ ਪਹਿਲਾਂ ਸੁਖਜਿੰਦਰ ਕੌਣੀ ਇਕੱਠ ਕਰ ਚੁੱਕੇ ਆ। ਹੁਣ ਇਹ ਜਿਹੜੇ ਲੀਡਰ ਨੇ, ਇਹਨਾਂ ਦੇ ਆਪੋ ਆਪਣੇ ਇਕੱਠ ਜਿਹੜੇ ਹੋ ਰਹੇ ਆ, ਤਾਂ ਤੁਸੀਂ ਹਿਸਾਬ ਲਾ ਹੀ ਸਕਦੇ ਹੋ ਕਿ ਡਿੰਪੀ ਦੀ ਟਿਕਟ ਹਾਲੇ ਹੋਲਡ ਤੇ ਹੋਣ ਕਰਕੇ ਜ਼ੋਰ ਅਜ਼ਮਾਇਸ਼ ਲੱਗ ਰਹੀ ਆ। ਜਦੋਂ ਜ਼ੋਰ ਅਜ਼ਮਾਇਸ਼ ਜਾਰੀ ਹੋਵੇ ਤਾਂ ਫਿਰ ਜਿਹੜਾ ਵੋਟਰ ਆ ਉਹ ਆਪਣੇ ਪੱਤੇ ਨਹੀਂ ਖੋਲਦਾ ਸਾਹਿਬ। ਅਗਲਾ ਕਹਿੰਦਾ ਆ ਕਿ ਮੈਂ ਨੰਗੇ ਧੜ ਤੁਰ ਪਵਾਂ ਕਿਸੇ ਪਾਸੇ, ਕੱਲ ਨੂੰ ਕੋਈ ਅੱਗੋਂ ਯੂ ਟਰਨ ਵੱਜ ਪਵੇ ਤੇ ਸਾਨੂੰ ਮੂੰਹ ਦਿਖਾਉਣਾ ਔਖਾ ਹੋ ਜਾਏਗਾ। ਇਸ ਵੇਲੇ ਇਹ ਪਰਿਸਥਿਤੀ ਹੈ, ਯਾਨੀ ਕਹਿ ਲਓ ਕਿ ਪਾਰਟੀ ਦੇ ਅੰਦਰ ਅੰਤਰਦਵੰਦ ਨਜ਼ਰ ਆਉਂਦਾ ਹੈ। ਹਾਲੇ ਤੱਕ ਇਹਨਾਂ ਦੇ ਲੀਡਰ ਵੀ ਕੌਨਫੀਡੈਂਟ ਨਹੀਂ ਹੈ ਕਿ ਮੈਨੂੰ ਟਿਕਟ ਮਿਲ ਜਾਏਗੀ ਜਾਂ ਫਲਾਣਾ ਲੈ ਜਾਏਗਾ। ਦੂਜੀ ਗੱਲ ਆ, ਜੋ
ਅੱਜ ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ ਗਿੱਦੜਬਾਹਾ ਦੀ ਕਮਾਨ ਜਿਹੜੀ ਹੈ ਹੁਣ ਅਕਾਲੀ ਦਲ ਨੇ ਜਿਹੜੀ ਆ ਸੌਂਪ ਦਿੱਤੀ ਆ ਹੀਰਾ ਸਿੰਘ ਗਾਬੜੀਆ, ਜਿਹੜੀ ਸੌਰੀ ਹੀਰਾ ਸਿੰਘ ਗਾਬੜੀਆ ਨੂੰ ਬਰਨਾਲਾ ਦੀ ਜ਼ਿੰਮੇਵਾਰੀ ਸੌਂਪੀ ਗਈ ਆ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕਹਿ ਲੋ ਕਿ ਕਮਾਨ ਮਿਲੀ ਹੈ ਜਿਹੜੀ ਉਹ ਗਿੱਦੜਬਾਹੇ ਦੀ। ਤਾਂ ਦੇਖੋ ਆਪਣੇ ਆਪ ਦੇ ਵਿੱਚ ਹੀ ਇੱਕ ਗੱਲ ਜਿਹੜੀ ਆ ਉਹ ਤੈਅ ਆ ਕਿ ਬੀਬਾ ਬਾਦਲ ਜੇ ਗਿੱਦੜਬਾਹਾ ਚ ਆ ਰਹੇ ਆ ਤਾਂ ਇਹਦਾ ਮਤਲਬ ਆ ਕਿ ਸੁਖਬੀਰ ਸਿੰਘ ਬਾਦਲ ਹੀ ਇੱਕ ਤਰ੍ਹਾਂ ਆ ਰਹੇ ਆ। ਦੂਜੀ ਗੱਲ, ਤੁਹਾਨੂੰ ਯਾਦ ਹੋਏਗਾ ਡਿੰਪੀ ਨੇ ਇੱਕ ਗੱਲ ਕਹੀ ਸੀਗੀ, ਡਿੰਪੀ ਨੇ ਇੱਕ ਗੱਲ ਕਹੀ ਸੀਗੀ ਕਿ ਬੀਬਾ ਚਾਹੁੰਦੇ ਆ ਕਿ ਸੁਖਬੀਰ ਸਿੰਘ ਬਾਦਲ ਇਲੈਕਸ਼ਨ ਲੜੇ, ਯਾਨੀ ਬੀਬਾ ਬਾਦਲ ਨੇ ਹੀ ਮੈਨੂੰ ਜਵਾਬ ਦਿੱਤਾ, ਤੁਹਾਨੂੰ ਯਾਦ ਹੋਏਗਾ। ਫਿਰ ਇਸ ਤੋਂ ਇਲਾਵਾ ਚਰਨਜੀਤ ਸਿੰਘ ਬਰਾੜ ਜਿਹੜੇ ਆ ਉਹਨਾਂ ਨੇ ਵੀ ਇੱਕ ਗੱਲ ਔਨ ਦਾ ਰਿਕਾਰਡ ਮੇਰੇ ਨਾਲ ਇੱਕ ਇੰਟਰਵਿਊ ਚ ਕਹੀ ਸੀਗੀ ਕਿ ਜਦੋਂ ਰਾਹੁਲ ਗਾਂਧੀ ਦੀ ਯਾਤਰਾ ਚ ਮਨਪ੍ਰੀਤ ਬਾਦਲ ਨਹੀਂ ਸਨ ਗਏ ਤਾਂ ਮਨਪ੍ਰੀਤ ਬਾਦਲ ਫੌਰੀ ਤੌਰ ਤੇ ਕਹਿ ਲੋ ਕਿ ਅਕਾਲੀ ਦਲ ਚ ਲਿਆਉਣ ਵਾਸਤੇ ਯਤਨ ਕੀਤੇ ਗਏ ਸਨ, ਪਰ ਪ੍ਰਧਾਨ ਜੀ ਦੇ ਘਰੋਂ ਵਿਰੋਧ ਸਟਾਰਟ ਹੋ ਗਿਆ, ਯਾਨੀ ਸ਼ਰੀਕੇਬਾਜ਼ੀ ਆੜਿਆ। ਤਾਂ ਫਿਰ ਕੀ ਸੰਕੇਤ ਨੇ ਭਾਈ? ਹੁਣ ਇਸ ਤੋਂ ਵੱਧ ਤੇ ਸਪਸ਼ਟਤਾ ਹੈ ਨਹੀਂ ਨਾ ਮਾਮਲੇ ਦੇ ਵਿੱਚ, ਕਿਉਂਕਿ ਮਨਪ੍ਰੀਤ ਬਾਦਲ ਵੀ ਉੱਥੇ ਐਕਟਿਵ ਨੇ। ਤਾਂ ਬੀਬਾ ਜੀ ਦਾ ਆਉਣਾ ਇਹ ਦੋ ਬੰਦਿਆਂ ਦੀਆਂ ਜਿਹੜੀਆਂ ਸਟੇਟਮੈਂਟ ਹੈ ਉਹਨਾਂ ਨੂੰ ਕਹਿ ਲੋ ਕਿ ਬਿਲਕੁਲ ਇੱਥੇ ਲਿਆ ਕੇ ਖੜਾ ਕਰ ਦਿੰਦਾ ਹੈ ਕਿ ਹਾਂ ਇਹ ਅੱਗੇ ਜਾ ਕੇ ਮਾਮਲਾ ਜਿਹੜਾ ਉਹ ਕੀ ਬਣਨ ਜਾ ਰਿਹਾ। ਇਹਦਾ ਮਤਲਬ ਇਹ ਆ ਕਿ ਅੱਜ ਅਕਾਲੀ ਦਲ ਨੇ ਇੱਕ ਪੈਗਾਮ ਤਾਂ ਦੇ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਕਿਉਂਕਿ ਹਾਲੇ ਤਨਖਾਹੀਆ ਕਰਾਰ ਹੋ ਚੁੱਕੇ ਆ, ਤਨਖਾਹ ਉਹਨਾਂ ਨੂੰ ਲੱਗਣੀ ਬਕਾਇਆ ਹੈ, ਤਾਂ ਬਹਰਹਾਲ ਬਾਦਲ ਪਰਿਵਾਰ ਇਸ ਹਲਕੇ ਨੂੰ ਸੁਣਾ ਨਹੀਂ ਛੱਡੇਗਾ ਤੇ ਖੁਦ ਕਮਾਨ ਬੀਬਾ ਬਾਦਲ ਕੋਲ। ਜੇ ਹੁਣ ਬੀਬਾ ਬਾਦਲ ਕੋਲ ਹੈ ਇਹਦਾ ਮਤਲਬ ਕਿ ਜੇ ਇਲੈਕਸ਼ਨ ਤੇ ਰੋਕ ਨਹੀਂ ਲੱਗਦੀ ਸੁਖਬੀਰ ਸਿੰਘ ਬਾਦਲ ਦੇ ਤਾਂ ਉਹਨਾਂ ਦੇ ਲੜਨ ਤੇ ਵੀ ਸੰਭਾਵਨਾ ਹੈਗੀ ਆ। ਫਿਰ ਸਮਝਦੇ ਹੋ ਨਾ ਜੀ, ਜੇ ਕਿਸੇ ਨੂੰ ਇਹਨਾਂ ਨੇ ਹੋਰ ਲੜਾਉਣਾ ਹੁੰਦਾ ਤਾਂ ਸ਼ਾਇਦ ਵਾਗਡੋਰ ਜਿਹੜੀ ਹੈ ਕਿਸੇ ਹੋਰ ਦੇ ਹੱਥ ਆਉਂਦੀ, ਤਾਂ ਜਾਂ ਜਿਹੜਾ ਕੋਈ ਵਫਾਦਾਰ ਹੋਏਗਾ ਇਹਨਾਂ ਦਾ, ਜਿਹੜਾ ਇਹਨਾਂ ਨੂੰ ਲੱਗਦਾ ਕਿ ਹੱਕਦਾਰ ਆ, ਬਿਲਕੁਲ ਸਾਡਾ ਲੋਇਲ ਰਹੇਗਾ, ਕੋਈ ਮਨਪ੍ਰੀਤ ਬਾਦਲ ਦੇ ਨਾਲ ਨਹੀਂ ਰਲੇਗਾ ਜਾਂ ਇਸ ਤਰ੍ਹਾਂ ਦਾ ਕੋਈ ਮੈਸੇਜ ਨਹੀਂ ਜਾਏਗਾ, ਜਾਂ ਫਿਰ ਇਸ ਪੱਖ ਤੋਂ ਸੋਚਿਆ ਜਾ ਸਕਦਾ। ਤਾਂ ਮੇਰਾ ਤਾਂ ਮੰਨਣਾ ਇਹ ਆ ਕਿ ਬੀਬਾ ਬਾਦਲ ਦਾ ਆਉਣਾ ਆਪਣੇ ਆਪ ਦੇ ਵਿੱਚ ਕਹਿ ਲੋ ਕਿ ਇੱਕ ਤਰ੍ਹਾਂ ਨਾਲ ਇਸ ਗੱਲ ਦਾ ਸੰਕੇਤ ਆ ਕਿ ਬੀਬਾ ਬਾਦਲ 4 ਵਾਰੀ ਲਗਾਤਾਰ ਜਿੱਤ ਕੇ ਬਠਿੰਡੇ ਦਾ ਕਿਲਾ ਉਹ ਦਿਖਾ ਰਹੇ ਆ ਕਿ ਪ੍ਰਧਾਨ ਜੀ ਹੁਣ ਤੁਸੀਂ ਥੋੜਾ ਜਿਹਾ ਸਾਈਡ ਤੇ ਰਹੋ, ਤੁਹਾਨੂੰ ਅਸੀਂ ਕੰਮ ਕਰਕੇ ਦਿਖਾਉਨੇ ਆ। ਤਾਂ ਹੀ ਤੇ ਬੀਬਾ ਜੀ ਦਾ ਭਰਾ ਵੀ ਤੁਸੀਂ ਦੇਖਿਆ ਹੋਣਾ ਬਹੁਤ ਜ਼ਿਆਦਾ ਬੋਲਦੇ ਅਕਸਰ ਮੁੱਦਿਆਂ ਤੇ, ਉਹ ਵੀ ਚੁੱਪ ਰਹਿੰਦੇ ਨੇ। ਅੱਜ ਕੱਲ ਇਹੋ ਜਿਹੇ ਮਾਮਲੇ ਵਾਪਰ ਰਹੇ ਹੋਣ, ਇਹੋ ਜਿਹੇ ਭਾਣੇ ਵਾਪਰ ਰਹੇ ਹੋਣ ਪਾਰਟੀ 'ਚ ਤੇ ਮਜੀਠੀਆ ਸਾਹਿਬ ਚੁੱਪ ਰਹਿਣ, ਤਾਂ ਮਤਲਬ ਕਿ ਕੁਝ ਨਾ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਠੀਕ ਆ ਸਮਾਂ ਪਾ ਕੇ ਸਪਸ਼ਟ ਹੋਣਗੀਆਂ, ਪਰ ਕੁਝ ਚੀਜ਼ਾਂ ਤੇ ਜਿਹੜੇ ਕਿਆਫੇ ਲੱਗ ਰਹੇ ਸਨ ਤਾਂ ਕਿਤੇ ਨਾ ਕਿਤੇ ਉਹ ਜ਼ਾਹਰ ਹੁੰਦਾ ਪਿਆ ਕਿ ਬੀਬਾ ਬਾਦਲ ਹੁਣ ਖੁਦ ਅੱਗੇ ਆ ਕੇ ਕਮਾਨ ਸੰਭਾਲਣਾ ਚਾਹੁੰਦੇ ਨੇ ਕਿ ਭਾਈ ਇਹ ਗੱਲ ਹੁਣ ਸੂਤ ਨਹੀਂ ਆਉਣੀ ਤੇ ਕਹਾਣੀ ਨੂੰ ਸੂਤ ਆਪਾਂ ਕਰਦੇ ਆ। ਤਾਂ ਡਿੰਪੀ ਢਿੱਲੋਂ ਨੇ ਜਿਹੜੀ ਗੱਲ ਕਹੀ ਸੀਗੀ ਤਾਂ ਲੱਗਦਾ ਇਹੋ ਆ ਕਿ ਡਿੰਪੀ ਢਿੱਲੋਂ ਜੋ ਕਹਿੰਦੇ ਸੀ ਕਿ ਮੈਨੂੰ ਆਂਦੇ ਸੀ ਤਲਵੰਡੀ ਸਾਬੋ ਚਲੇ ਜਾਓ, ਤਲਵੰਡੀ ਸਾਬੋ ਮੈਂ ਕਿਉਂ ਜਾਵਾਂ, ਤਾਂ ਇਹਦਾ ਮਤਲਬ ਇਹ ਆ ਕਿ ਗਿੱਦੜਬਾਹਾ ਸ਼ਾਇਦ ਪਹਿਲਾਂ ਹੀ ਤੈਅ ਕਰ ਲਿਆ ਸੀ ਬੀਬਾ ਬਾਦਲ ਹੋਰਾਂ ਨੇ ਜਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ। ਸੁਖਬੀਰ ਸਿੰਘ ਬਾਦਲ ਸ਼ਾਇਦ ਹੋ ਸਕਦਾ ਯਾਰੀ ਤੋੜਨ ਦੇ ਰੌਂ ਦੇ ਵਿੱਚ ਨਾ ਹੋਣ, ਜਾਂ ਯਾਰ ਨੂੰ ਜਵਾਬ ਕਿੱਦਾਂ ਦਿੱਤਾ ਜਾਵੇ, ਤਾਂ ਫਿਰ ਜਵਾਬ ਜਿਹੜਾ ਕਿਸ ਢੰਗ ਨਾਲ ਹੋਇਆ ਉਹ ਤੁਹਾਡੇ ਸਾਹਮਣੇ ਆ। ਤਾਂ ਬੀਬਾ ਬਾਦਲ ਨੂੰ ਅਕਾਲੀ ਦਲ ਨੇ ਗਿੱਦੜਬਾਹਾ 'ਚ ਭੇਜ ਕੇ ਮੈਨੂੰ ਤੇ ਲੱਗਦਾ ਕਿ ਇੱਕ ਸੰਕੇਤ ਜਾਂ ਸੰਭਾਵਨਾ ਜ਼ਰੂਰ ਪ੍ਰਗਟਾ ਦਿੱਤੀ ਆ ਕਿ ਇੱਥੇ ਵੱਡਾ ਕੁਝ ਹੋਣ ਵਾਲਾ। ਜੀ, ਸੋ ਮੈਂਟੂ ਜੀ ਮੈਂ ਚਾਹੁੰਦਾ ਅਗਲੇ ਸਵਾਲ ਵੱਲ ਜਾਣ ਤੋਂ ਪਹਿਲਾਂ ਤੁਸੀਂ ਥੋੜਾ ਜਿਹਾ ਇਹ ਵੀ ਐਡ ਕਰ ਦਿਓ ਕਿ ਬੀਬਾ ਬਾਦਲ ਹੁਣੀ ਤਾਂ ਮੈਦਾਨ 'ਚ ਆ ਗਏ ਨੇ, ਬੀਬਾ ਵੜਿੰਗ ਹੁਣਾਂ ਦਾ ਕੀ ਹਾਲ ਚਾਲ ਹੈ ਉੱਧਰ? ਨਹੀਂ ਦੇਖੋ, ਬੀਬਾ ਵੜਿੰਗ ਆ ਜਾਣਗੇ ਜੇ ਸੁਖਬੀਰ ਸਿੰਘ ਬਾਦਲ ਦਾ ਪਰਿਵਾਰ ਆ ਗਿਆ, ਮਤਲਬ ਕਿ ਪਰਿਵਾਰ ਦਾ ਮਤਲਬ ਇਹ ਆ ਕਿ ਸੁਖਬੀਰ ਸਿੰਘ ਬਾਦਲ, ਕਿਉਂਕਿ ਹਾਲੇ ਪਤਾ ਨਹੀਂ ਹੈ ਨਾ ਕਿ ਕੀ ਫੈਸਲਾ ਆਉਣਾ ਸ੍ਰੀ ਅਕਾਲ ਤਖਤ ਸਾਹਿਬ ਤੋਂ, ਤਾਂ ਜੇ ਮੰਨ ਲਓ ਸੁਖਬੀਰ ਸਿੰਘ ਬਾਦਲ ਆ ਜਾਂਦੇ ਆ ਤਾਂ ਰਾਜਾ ਵੜਿੰਗ ਨੂੰ ਉਤਰਨਾ ਹੀ ਪਵੇਗਾ ਮੈਦਾਨ 'ਚ, ਉਹ ਮਜਬੂਰੀ ਬਣ ਜਾਏਗੀ। ਜੇ ਮੰਨ ਲਓ ਕੋਈ ਅਕਾਲੀ ਦਲ ਕਮਜ਼ੋਰ ਉਮੀਦਵਾਰ ਦਿੰਦਾ ਹੈ ਤਾਂ ਉਹਦਾ ਸੰਦੇਸ਼ ਇਹੋ ਹੀ ਜਾਏਗਾ ਕਿ ਮਨਪ੍ਰੀਤ ਬਾਦਲ ਤੇ ਇਹ ਰਲ ਗਏ ਨੇ। ਜੀ, ਤਾਂ ਕਰਕੇ ਮੈਂ ਕਹਿ ਰਿਹਾ ਕਿ ਸੰਭਾਵਨਾ ਬਾਦਲ ਪਰਿਵਾਰ ਦੀ ਹੈ
ਕਿਤੇ ਨਾ ਕਿਤੇ ਉਹਨੂੰ ਬਿਲਕੁਲ ਆਪਾਂ ਮਨਫੀ ਨਹੀਂ ਕਰ ਸਕਦੇ, ਕਿਉਂਕਿ ਇਸ ਗੱਲ ਦਾ ਦਬਾਅ ਹੈ ਕਿ ਜੇ ਤੁਸੀਂ ਕੋਈ ਦੂਜਾ ਕੈਂਡੀਡੇਟ ਦਿੰਦੇ ਹੋ ਜਿਹੜਾ ਕਮਜ਼ੋਰ ਆ ਡਿੰਪੀ ਢਿੱਲੋਂ ਦੇ ਮੁਕਾਬਲੇ, ਜਾਂ ਉਧਰੋਂ ਕੋਈ ਰਾਜਾ ਵੜਿੰਗ ਆਪਣਾ ਉਮੀਦਵਾਰ ਉਤਾਰਦਾ ਜਾਂ ਆਪ ਉਤਾਰਦੇ ਆ, ਤਾਂ ਉਸ ਸੂਰਤ ਦੇ ਵਿੱਚ ਇਹ ਮੈਸੇਜ ਜਾਣਾ ਸੁਭਾਵਿਕ ਹੈ। ਸੋ ਇਸ ਮੈਸੇਜ ਤੋਂ ਵੀ ਤੇ ਬਚਣਾ ਪਵੇਗਾ ਨਾ, ਜੇ ਇਹਨਾਂ ਨੇ ਕੁਝ ਕਰਕੇ ਦਿਖਾਉਣਾ ਹੈ। ਸੋ ਇਸ ਲਿਹਾਜ਼ ਦੇ ਨਾਲ ਡਿਪੈਂਡ ਕਰਦਾ ਹੈ ਕਿ ਰਾਜਾ ਵੜਿੰਗ ਦੀ ਜਿਹੜੀ ਉਹ ਸਟੇਟਮੈਂਟ ਹੈ ਕਿ ਉਸ ਹਿਸਾਬ ਨਾਲ ਅੱਗੇ ਸਮੀਕਰਨ ਕੀ ਬਣਦੇ ਆ। ਰਾਜਾ ਵੜਿੰਗ ਦਾ ਨੈਟਵਰਕ ਹੈ, ਸਾਰਾ ਕੁਝ ਹੈ। ਰਾਜਾ ਵੜਿੰਗ ਦੇ ਸਹੁਰੇ ਵੀ ਇਸੇ ਜ਼ਿਲ੍ਹੇ 'ਚ ਆ, ਆਪਣੇ ਪਰਸਨਲ ਰਸੂਖ ਵੀ ਇਸੇ ਹਲਕੇ 'ਚ ਆ, ਤੇ ਸਭ ਤੋਂ ਵੱਡੀ ਗੱਲ ਆ ਕਿ ਜੰਮਿਆ ਪਲਿਆ ਰਾਜਾ ਇੱਥੇ ਆ, ਇਹਦੇ ਨਾਨਕੇ ਵੀ ਇਸੇ ਹਲਕੇ 'ਚ ਆ। ਸੋ ਰਾਜਾ ਵੜਿੰਗ ਨੂੰ ਕੋਈ ਸਮੱਸਿਆ ਨਹੀਂ, ਰਾਜਾ ਵੜਿੰਗ ਦਾ ਆਧਾਰ ਹੈਗਾ ਆ। ਪਰ ਗੱਲ ਇਹ ਕਿ ਗਿੱਦੜਵਾ ਹਲਕਾ ਮਿਹਰਬਾਨ ਜਿਹੜਾ ਰਹਿੰਦਾ ਹੈ ਨਾ ਸਾਹਿਬ, ਉਹ ਜਿਹਦੇ ਤੇ ਰਹਿੰਦਾ ਲਗਾਤਾਰ ਰਹਿੰਦਾ, ਤਾਂ ਫਿਰ ਗਿੱਦੜਵਾ ਹਲਕਾ ਇੱਕ ਵਾਰੀ ਕਹਿੰਦਾ ਕਿ ਹੁਣ ਟੇਸਟ ਚੇਂਜ ਕਰ ਲਈਏ, ਗਾਜਰਾਂ 3 ਵਾਰੀ ਖਾ ਲਈਆਂ, 4 ਵਾਰੀ ਖਾ ਲਈਆਂ, ਤਾਂ ਟੇਸਟ ਵੀ ਚੇਂਜ ਕਰ ਦਿੰਦੇ ਨੇ ਜੀ। ਸੋ ਵੇਖਾਂਗੇ ਹੁਣ ਬਣਦਾ ਕੀ ਆ ਕਿ ਨਾਰੀ ਸ਼ਕਤੀ ਦੀਦੀ ਹੈ ਜਾਂ ਫਿਰ ਪੂਰਾ ਸਾਨਾ ਦੇ ਭੇੜ ਵਾਲਾ ਮੁਕਾਬਲਾ ਹੁੰਦਾ ਹੈ, ਸਮਾਂ ਬਿਆਨ ਕਰੂਗਾ। ਆਪਾਂ ਅੱਗੇ ਵਧਦੇ ਆ। ਕਹਿੰਦੇ ਪੰਜਾਬ ਦੇ ਡਿਪਟੀ ਸਪੀਕਰ ਦਾ ਪੋਤੇ ਲਾਪਤਾ ਹੋ ਗਿਆ ਜੀ, ਭਾਜੜਾਂ ਪੈ ਗਈਆਂ, ਇਹ ਕੀ ਹੈ ਜੀ ਮਾਮਲਾ? ਹਾਂਜੀ, ਦੇਖੋ, ਇਹ ਜੈ ਕਿਸ਼ਨ ਰੋੜੀ ਜੀ ਦਾ ਜਿਹੜਾ ਬੇਟਾ ਪੜ੍ਹਦਾ ਨਾਭਾ ਸਕੂਲ ਦੇ ਵਿੱਚ, ਤੇ ਤੁਹਾਨੂੰ ਪਤਾ ਨਾਭੇ PPSC ਸਕੂਲ ਸ਼ਾਇਦ ਵੱਡਾ ਆ, ਤੇ ਉੱਥੇ ਕਹਿੰਦੇ ਆ ਕਿ ਸਵੇਰੇ 4 ਵਜੇ ਇਹ ਬੱਚਾ ਜਿਹੜਾ ਹੈ ਇਹ ਲਾਪਤਾ ਹੋ ਗਿਆ, ਤੇ ਜਿਸ ਨੂੰ ਇੱਕ ਅਖਬਾਰ ਤੇ ਲਿਖਦਾ ਕਿ 8-10 ਘੰਟਿਆਂ ਬਾਅਦ ਬਰਾਮਦ ਕੀਤਾ ਗਿਆ। 10ਵੀਂ ਕਲਾਸ ਦਾ ਇਹ ਵਿਦਿਆਰਥੀ ਹੈ, ਤੇ ਇਹਦਾ ਕੋਈ ਪਤਾ ਨਹੀਂ ਲੱਗਿਆ ਕਿ ਕਾਰਨ ਕੀ ਰਹੇ ਕਿ ਇਸ ਨਾਮੀ ਸਕੂਲ ਦੇ ਵਿੱਚੋਂ ਗਾਇਬ ਹੋ ਗਿਆ। ਪਰ ਫਿਰ ਵੀ ਬਿਨਾਂ ਕਿਸੇ ਰੋਕ ਟੋਕ ਦੇ ਬੱਚਾ ਸਕੂਲ ਚੋਂ ਔਰ ਏਡੀ ਹਾਈ ਸਿਕਿਉਰਿਟੀ ਚੋਂ ਗਾਇਬ ਹੋ ਗਿਆ, ਇਹ ਵੱਡੇ ਸਵਾਲ ਹੈ। ਤੇ ਬੱਚਾ ਵੀ VIP ਦਾ, ਯਾਨੀ ਸਕੂਲ ਤੇ ਪ੍ਰਸ਼ਾਸਨ ਤੇ ਸਵਾਲ ਤੇ ਖੜੇ ਹੁੰਦੇ ਆ। ਹੁਣ ਦੱਸਦੇ ਆ ਕਿ ਜਦੋਂ ਇਹਨਾਂ ਨੇ ਬਹੁਤ ਤਗੜਾ ਇੱਕ ਕਹਿ ਲਓ ਕਿ ਮੁਹਿੰਮ ਦੇ ਰੂਪ ਦੇ ਵਿੱਚ ਚਲਾਇਆ ਪ੍ਰੋਗਰਾਮ ਲੱਭਣ ਦਾ, ਤੇ ਲੱਭਿਆ ਉਹ ਸਕੂਲ ਦੇ ਪਾਸੋਂ ਹੀ ਆ। ਕਿਤੇ ਉਹ ਕਿੱਥੇ ਬੈਠਾ, ਕਿੱਥੇ ਰਿਹਾ ਇੰਨਾ ਚਿਰ, ਇਹ ਬੜੇ ਵੱਡੇ ਸਵਾਲ ਆ। ਕਾਰਨ ਕੀ ਆ? ਸਿਕਿਉਰਿਟੀ ਦੇ ਇੰਤਜ਼ਾਮਾਤ ਇਹ ਛਿੱਤੇ ਕਿਵੇਂ ਪੈ ਗਏ ਨੇ? ਉਹ ਬੱਚਾ ਰਿਹਾ ਕਿੱਥੇ ਆ? ਤੇ ਉਹਦੇ ਕਾਰਨ ਜਿਹੜੇ ਆ ਕਿ ਉਹ ਸਕੂਲੀ ਤੌਰ ਤੇ ਆ ਜਾਂ ਕੋਈ ਘਰੇਲੂ ਤੌਰ ਤੇ ਆ। ਇਹਨਾਂ ਗੱਲਾਂ ਦੀ ਦੇਖੋ ਕੋਈ ਬਾਹਰੀ ਤੌਰ ਤੇ ਖਬਰ ਤੇ ਆਪਾਂ ਨੂੰ ਨਹੀਂ ਮਿਲਣੀ, ਪਰ ਚਰਚਾ ਜ਼ਰੂਰ ਹੈ ਕਿ ਕੁਝ ਨਾ ਕੁਝ ਬੱਚੇ ਦੇ ਨਾਲ ਹੋਇਆ ਹੋ ਸਕਦਾ ਹੈ, ਜਾਂ ਬੱਚਾ ਉਧਰ ਗਿਆ, ਜਾਂ ਬੱਚੇ ਨੂੰ ਕੋਈ ਸਕੂਲ ਦੇ ਵਿੱਚੋਂ ਕਿਸੇ ਨੇ ਝਿੜਕ ਦਿੱਤਾ, ਫਟਕਾਰ ਦਿੱਤਾ ਹੈ, ਜਿਹਦੇ ਚੱਲਦੇ ਉਸਨੇ ਕਦਮ ਚੁੱਕਿਆ। ਪਰ ਆਫੀਸ਼ੀਅਲੀ ਕੁਝ ਵੀ ਤੁਹਾਨੂੰ ਪਤਾ ਹੀ ਆ, ਕਿਉਂਕਿ ਮਾਮਲਾ ਜਿਹੜਾ ਡਿਪਟੀ ਸਪੀਕਰ ਸਾਹਿਬ ਦੀ ਪ੍ਰਾਈਵੇਸੀ ਨਾਲ ਵੀ ਜੁੜਿਆ, ਬਹੁਤਾ ਕੋਈ ਖੁੱਲ ਕੇ ਇਹਦੇ ਤੇ ਟੀਕਾ ਟਿੱਪਣੀ ਨਹੀਂ ਕਰ ਰਿਹਾ। ਜੀ ਜੀ ਜੀ। ਸੋ ਅਗਲੀ ਖਬਰ ਤਾਂ ਆਪਾਂ ਰੁਕ ਕਰਦੇ ਹਾਂ ਜੀ। ਸੇਤੀਆ ਕਾਂਗਰਸ 'ਚ ਸ਼ਾਮਲ ਤੇ ਗੋਲਡੀ ਬਰਾੜ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਨੇ। ਦੇਖੋ, ਇਹ ਗੋਕੁਲ ਸੇਤੀਆ ਭਾਜਪਾ ਦੇ ਜਿਹੜੇ ਕਹਿ ਲਓ ਕਿ ਕਿਸੇ ਸਮੇਂ ਦੇ ਨੇਤਾ ਰਹੇ ਆ। ਬੇਸਿਕਲੀ ਇਹ ਕਾਂਗਰਸੀ ਸੀ। 2009 ਦੇ ਵਿੱਚ ਇਹ ਟੱਬਰ ਜਿਹੜਾ ਹੈ ਉਹ ਇਹ ਕਹਿ ਕੇ ਸਾਥ ਛੱਡ ਗਿਆ ਸੀਗਾ ਕਿ ਭੁਪਿੰਦਰ ਹੁੱਡਾ ਨੇ ਸਾਡੇ ਨਾਨਾ ਜੀ ਦੇ ਨਾਲ ਦਗਾ ਕੀਤਾ, ਅਸੀਂ ਇਹਦੇ ਨਾਲ ਨਹੀਂ ਰਹਿਣਾ। ਹੁਣ ਜਦੋਂ ਵਾਪਸੀ ਹੋਈ ਆ ਤੇ ਦਿੱਲੀ ਕਹਿੰਦੇ ਆ ਕਿ ਟਿਕਟ ਵਾਸਤੇ ਬੈਠੇ ਨੇ ਸੇਤੀਆ ਸਾਹਿਬ। ਤੁਹਾਨੂੰ ਪਤਾ ਹੀ ਹੈ ਨਾ ਕਿ ਅੱਜ ਕੱਲ ਹਰਿਆਣੇ ਵਾਲਿਆਂ ਦੇ ਡੇਰੇ ਜ਼ਿਆਦਾਤਰ ਦਿੱਲੀ ਆ। ਕਿੱਥੇ ਲਾਏ ਨੇ ਸੱਜਣਾ ਡੇਰੇ? ਤਾਂ ਉਹ ਕਹਿੰਦੇ ਕਿ ਦਿੱਲੀ ਦੇ ਵਿੱਚ ਹੀ ਬਥੇਰੇ ਆ, ਹੋਰ ਕਿੱਥੇ ਡੇਰੇ ਲਾਣੇ ਆ। ਤਾਂ ਗੱਲ ਇਹ ਆ ਕਿ ਜਿਵੇਂ ਹੀ ਗੋਕੁਲ ਸੇਤੀਆ ਦੀ ਵਾਪਸੀ ਦਾ ਇਮਕਾਨ ਬਣਿਆ, ਤਿਵੇਂ ਨਾਲ ਦੀ ਨਾਲ ਗੋਲਡੀ ਬਰਾੜ ਦੇ ਨਾਲ ਕੁਝ ਤਸਵੀਰਾਂ ਜਿਹੜੀਆਂ ਉਹਦੀਆਂ ਵਾਇਰਲ ਹੋ ਜਾਂਦੀਆਂ। ਇਸ ਤੇ ਹੁਣ ਗੋਕੁਲ ਸੇਤੀਆ ਕਹਿ ਰਿਹਾ ਹੈ ਕਿ ਗੋਪਾਲ ਕਾਂਡਾ ਨੇ ਕਾਂਡ ਕੀਤਾ ਹੈ, ਇਹ ਸਭ ਮੇਰੀ ਟਿਕਟ ਕਟਾਉਣ ਵਾਸਤੇ ਹੋ ਰਿਹਾ ਹੈ, ਕਿਉਂਕਿ ਅਸੀਂ ਕਾਲਜ ਦੇ ਵਿੱਚ ਜ਼ਰੂਰ ਇਕੱਠੇ ਪੜ੍ਹੇ ਆ, ਪਰ ਹੁਣ ਤਾਂ ਸਾਡਾ ਕੋਈ ਲਿੰਕ ਹੀ ਨਹੀਂ। ਉਹ ਕਹਿੰਦੇ ਕਿ ਕੇਂਦਰੀ ਮੰਤਰੀ ਖੱਟਰ ਸਾਹਿਬ ਦੇ ਨਾਲ ਵੀ ਗੋਲਡੀ ਬਰਾੜ ਦੀ ਫੋਟੋ ਹੈਗੀ ਆ, ਦੇਖ ਲਓ। ਤਾਂ ਕੀ ਗੋਲਡੀ ਬਰਾੜ ਜਿਹੜਾ ਹੈ ਉਹ ਖੱਟਰ ਦੇ ਨਾਲ ਵੀ ਰਲ ਕੇ ਕੰਮ ਕਰਦਾ? ਇਹਦਾ ਮਤਲਬ ਹੈ ਕਿ ਜਿਸ ਵੇਲੇ ਇਹਨਾਂ ਨੇ ਭਾਜਪਾ ਜੁਆਇਨ ਕਰ ਲਈ, ਇਹ ਸੰਗੀ ਸਾਥੀ ਸਨ, ਤਾਂ ਜਾਣਾ ਆਉਣਾ ਤੇ ਇਹਨਾਂ ਦਾ ਲੱਗਾ ਰਹਿੰਦਾ ਹੋਏਗਾ ਨਾ। ਇਹਦਾ ਮਤਲਬ ਤੇ ਇਹ ਹੈ ਨਾ, ਕਿਉਂਕਿ ਗੋਲਡੀ ਬਰਾੜ ਤੇ ਫਰਾਰ ਹੁੰਦਾ ਹੈ ਇੱਥੋਂ, ਇੰਡੀਆ ਚ ਜਾਂਦਾ 17 ਚ, ਠੀਕ ਹੈ ਨਾ ਜੀ, 7-8 ਸਾਲ ਪਹਿਲਾਂ। ਤਾਂ ਉਸ ਤੋਂ ਪਹਿਲਾਂ ਆਪਾਂ ਨੂੰ ਪਤਾ ਹੈ ਕਿ ਸਰਕਾਰ ਜਿਹੜੀ ਉਹ ਇਹਨਾਂ ਦੀ ਆ ਚੁੱਕੀ ਸੀਗੀ। ਖੈਰ, ਕਿਹਦੀਆਂ ਤੰਦਾਂ ਕਿਹਦੇ ਨਾਲ ਜੁੜੀਆਂ ਆਪਾਂ ਨਹੀਂ ਕਹਿ ਸਕਦੇ,
ਪਰ ਗੱਲ ਇਹ ਆ ਕਿ ਜੇ ਕਾਂਡਾ ਹੋਰਾਂ ਦੇ ਕੋਲੇ ਸਾਰੀ ਇਨਫੋਰਮੇਸ਼ਨ ਸੀ, ਜਦੋਂ ਇਹ ਭਾਜਪਾ 'ਚ ਸੀਗੇ ਤੇ ਉਦੋਂ ਹੀ ਸ਼ਿਕਾਇਤ ਇਹਨਾਂ ਦੀ ਕਰ ਦਿੰਦੇ, ਜਾਂਚ ਪੜਤਾਲ ਕਰਵਾ ਲੈਂਦੇ। ਪਰ ਜੇ ਕੋਈ ਬੰਦਾ ਕਿਸੇ ਦੀ ਬਦੀ 'ਚ ਸ਼ਾਮਲ ਨਹੀਂ, ਗੁਰਪ੍ਰੀਤ ਜੀ, ਜੇ ਕੋਈ ਬੰਦਾ ਮੌਜੂਦਾ ਸਮੇਂ 'ਚ ਕਿਸੇ ਦੇ ਨਾਲ ਸੰਪਰਕ 'ਚ ਨਹੀਂ, ਤਾਂ ਫਿਰ ਉਹਨੂੰ ਆਪਾਂ ਇਲਜ਼ਾਮ ਨਹੀਂ ਦੇ ਸਕਦੇ। ਦੂਜੀ ਗੱਲ, ਹਰਿਆਣੇ 'ਚ ਕਾਫੀ ਕੁਝ ਚੱਲ ਰਿਹਾ ਜੀ। इधर राव इंद्रजीत, जिहदे बारे मैं अगे कहा सी, अपने दर्शक या श्रोते जानते होणगे, अहीरवाल समाज नूं जिहड़े बिलोंग करते हैं, बड़े चोटी दे नेता है, उन्हां दी बेटी नूं खीर टिकट दे दित्ती गई है, जिहड़ी कि 2019 च नहीं सी दित्ती। ऐतकी ओह कहंदे मैं मंगणी नहीं टिकट। राव इंद्रजीत अगे झुक गई भाजपा। 67 उम्मीदवारां दी टिकट इन्हां ने ऐलान दित्ती है साहब, सॉरी सूची ऐलान दित्ती आ, जिहदे विच कुछ मौजूदा विधायकां दी टिकट इन्हां ने कट दित्ती है, जिहड़ी कि अक्सर ਤੁਹਾਨੂੰ ਪਤਾ ਹੈ ਚਲਾਕੀ ਕੀਤੀ ਜਾਂਦੀ ਹੈ ਸਿਆਸਤ ਵੱਲੋਂ ਕਿ ਜਦੋਂ ਜ਼ਿਆਦਾ ਰੌਲਾ ਪਵੇ ਤੇ ਫਿਰ ਕੁਝ ਵਿਧਾਇਕ ਜਿਹੜੇ ਉਹ ਲਾਂਭੇ ਕਰ ਦਿੱਤੇ ਜਾਂਦੇ, ਕੁਝ ਦੀਆਂ ਸੀਟਾਂ ਬਦਲ ਦਿੱਤੀਆਂ ਜਾਂਦੀਆਂ। ਉਧਰ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਰਾਹੁਲ ਗਾਂਧੀ ਨੂੰ ਮਿਲਾਏ ਨੇ ਜੀ, ਤੇ ਲੋਕ ਅੰਦਾਜ਼ਾ ਲਾ ਰਹੇ ਆ ਕਿ ਹੁਣ ਸਿਆਸੀ ਮੈਟ ਤੇ ਵੀ ਕੁਸ਼ਤੀ ਲੜੀ ਜਾਏਗੀ। ਤੇ ਹੋ ਸਕਦਾ ਹੈ ਜੋ ਚਚੇਰੀ ਭੈਣ ਹੈ ਵਿਨੇਸ਼ ਦੀ, ਬਬੀਤਾ, ਉਹਦੇ ਖਿਲਾਫ ਹੀ ਵਿਨੇਸ਼ ਜਿਹੜੀ ਹੈ ਮੈਦਾਨ 'ਚ ਉਤਰ ਪਵੇ, ਕਿਉਂਕਿ ਦੋਨਾਂ ਦਾ ਜੇ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਤੇ ਵੀ ਅਕਸਰ ਤਕਰਾਰ ਥੋੜਾ ਘਣਾ ਚੱਲਦਾ ਰਹਿੰਦਾ, ਖਾਸ ਤੌਰ ਤੇ ਧਰਨੇ ਪ੍ਰਦਰਸ਼ਨ ਤੋਂ ਬਾਅਦ। ਤੇ ਇਸ ਤਰ੍ਹਾਂ ਕਰਕੇ ਆਪਾਂ ਕਹਿ ਲਈਏ ਕਿ ਹਰਿਆਣੇ ਦੀ ਸਭ ਤੋਂ ਵੱਡੀ ਜਿਹੜੀ ਇਸ ਵੇਲੇ ਦੀ ਰੌਚਕਤਾ ਹੈ ਚੋਣ ਦੇ ਵਿੱਚ, ਉਹ ਹੈ ਗੁਰਪ੍ਰੀਤ ਜੀ, ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਅਲਾਇੰਸ ਦੀ ਸੰਭਾਵਨਾ। ਇਹ ਬੜਾ ਜ਼ਬਰਦਸਤ ਮਾਮਲਾ ਬਣ ਰਿਹਾ ਹੈ, बड़ा जबरदस्त। हुड्डा साहब कह रहे ने कि नहीं 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 साहब, असी मजबूत है, सानू लाइंस दी की लोड़ है। पर उत्तों हाई कमान जिहड़ी है वो बड़ा कुछ वेख रही है कि हुड्डा नू एक ते ताकत सारी ना दित्ती जावे, दूजा कि नॉन जाट वोट जिहड़ी जां एंटी इनकम्बेंसी वाली वोट आ ਉਹ ਵੇਖੀ ਜਾਵੇ, ਖਿੱਚੀ ਜਾਵੇ, ਆਪਸ ਦੇ ਵਿੱਚ ਸਾਡੀ ਡਿਵਾਈਡ ਨਾ ਹੋਵੇ। ਤੀਸਰਾ, ਦਿੱਲੀ ਵਾਲਾ ਇਲੈਕਸ਼ਨ ਗਾਂ ਆਉਣ ਵਾਲਾ ਹੈ ਕਿ ਉਹਦੇ ਮੱਦੇ ਨਜ਼ਰ ਵੀ ਸੰਭਾਵਨਾ ਰੱਖੀ ਜਾਵੇ, ਕਿਉਂਕਿ ਉੱਥੇ ਕਾਂਗਰਸ ਬੜੀ ਕਮਜ਼ੋਰ ਆ। ਸੋ ਇਹ ਵੀ ਇੱਕ ਰੌਚਕ ਇਸ ਵੇਲੇ ਦੌਰ ਚੱਲ ਰਿਹਾ ਮੀਟਿੰਗਾਂ ਵਗੈਰਾ ਦਾ, ਜਿਹਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਅਲਾਇੰਸ ਹੋ ਸਕਦਾ ਹੈ। ਜੇ ਅਲਾਇੰਸ ਹੋ ਜਾਂਦਾ ਤਾਂ ਭਾਜਪਾ ਬਿਲਕੁਲ ਜਿਹੜੀ ਪਹਿਲਾਂ ਹੀ ਫਸੀ ਪਈ ਆ, ਬਿਲਕੁਲ ਹੀ ਇਹਨਾਂ ਦਾ ਦਹੀਂ ਜਿਹੜਾ ਦਾਅ ਤੇ ਲੱਗ ਜਾਏਗਾ। ਉਹਦੇ ਫੁੱਟ ਮੈਨੂੰ ਲੱਗਦਾ ਕਿ ਮੁੜ ਕੇ ਸੰਘਣੇ ਤੇ ਨਹੀਂ ਵੱਜ ਸਕਦੇ ਜੀ। ਸੋ ਇਹ ਤਾਂ ਹੁਣ ਸਮਾਂ ਬਿਆਨ ਕਰੂਗਾ ਕਿ ਸਿਆਸਤ ਕਿੱਧਰ ਨੂੰ ਪੱਟਦੀ ਹੈ ਆਪਣਾ ਮੋੜ। ਤੇ ਅੱਗੇ ਚੱਲਦੇ ਆ ਜੀ, ਗੱਲ ਹੋ ਰਹੀ ਹੈ ਕਿ ਮੋਬਾਈਲ ਮਿਲਣ ਤੇ ਕੈਦੀ ਦੀ ਛੁੱਟੀ ਨਹੀਂ ਰੋਕੀ ਜਾ ਸਕਦੀ ਜੀ। ਇਹ ਫੈਸਲਾ ਕਦੋਂ ਤੇ ਕਿਸ ਮਾਮਲੇ ਦੇ ਵਿੱਚ ਆਇਆ? ਦੇਖੋ, ਇਹ ਹਾਈ ਕੋਰਟ ਨੇ ਆਪਣਾ ਡਿਸੀਜਨ ਦਿੱਤਾ ਹੈ, ਫੈਸਲਾ ਦਿੱਤਾ ਹੈ। ਉਹਨਾਂ ਦੀ ਆਬਜ਼ਰਵੇਸ਼ਨ ਆ ਕਿ ਜੇ ਮੰਨ ਲਓ ਕਿਸੇ ਕੈਦੀ ਤੋਂ ਮੋਬਾਈਲ ਬਰਾਮਦ ਹੋ ਗਿਆ ਤਾਂ ਫਿਰ ਉਹਦੀ ਛੁੱਟੀ ਨਹੀਂ ਨਾ ਰੋਕੀ ਜਾ ਸਕਦੀ। ਯਾਰਾ ਜੀ ਗੱਲ ਆ ਕਿ ਕੋਈ ਕੈਦੀ ਹੋਏਗਾ ਜਿਹਦੇ ਤੋਂ ਮੋਬਾਈਲ ਬਰਾਮਦ ਹੋਇਆ ਹੋਵੇਗਾ, ਪ੍ਰਸ਼ਾਸਨ ਨੇ ਉਸਦੀ ਛੁੱਟੀ ਜਿਹੜੀ ਹੈ ਨਾ ਮਨਜ਼ੂਰ ਕੀਤੀ ਹੋਏਗੀ, ਉਹ ਹਾਈ ਕੋਰਟ ਗਿਆ ਹੋਏਗਾ, ਹਾਈ ਕੋਰਟ ਨੇ ਇਸ ਸੰਦਰਭ ਚ ਫੈਸਲਾ ਦਿੱਤਾ ਹੋਏਗਾ ਕਿ ਦੇਖੋ ਸਾਹਿਬ, ਇਸ ਤਰ੍ਹਾਂ ਨਹੀਂ ਹੋ ਸਕਦਾ, ਇਸ ਤਰ੍ਹਾਂ ਨਹੀਂ ਹੋਏਗਾ ਕਿ ਕਿਸੇ ਤੋਂ ਮੋਬਾਈਲ ਫੜਿਆ ਜਾਵੇ ਤੇ ਉਸ ਕੈਦੀ ਦੀ ਤੁਸੀਂ ਛੁੱਟੀ ਬੰਦ ਕਰ ਦਿਓ। ਠੀਕ ਆ, ਮੈਂ ਸਮਝ ਸਕਦਾ ਕਿ ਇਹ ਗੱਲ ਜਿਹੜੀ ਹੈ ਨਾ, ਉਹ ਸੰਵਿਧਾਨ ਦਾ ਜਿਹੜਾ ਦਾਇਰਾ ਹੁੰਦਾ ਉਹਦੇ ਵਿੱਚ ਹੀ ਰਹਿ ਕੇ ਹਾਈ ਕੋਰਟ ਨੇ ਕੀਤੀ ਹੋਏਗੀ। ਇਹਦੇ ਵਿੱਚ ਕੋਈ ਮੈਂ ਨਹੀਂ ਕਹਿੰਦਾ ਕਿ ਅਤ ਕਥਨੀ ਹੈ, ਕਿਉਂਕਿ ਸੰਵਿਧਾਨ ਦੀ ਧਾਰਾ ਜਿਹੜੀ ਕੀ ਹੈ ਨਾ, ਉਹਦੇ ਵਿੱਚ ਇਹ ਸਾਰਾ ਕੁਝ ਆਉਂਦਾ ਕਿ ਨਿਰਪੱਖ ਸੁਣਵਾਈ ਕੀਤੀ ਜਾਵੇ। ਤੇ ਨਿਰਪੱਖ ਸੁਣਵਾਈ ਦਾ ਇਹ ਹਿੱਸਾ ਹੈ ਕਿ ਬਈ ਇਸ ਤਰ੍ਹਾਂ ਦੇ ਮਾਮਲਿਆਂ 'ਚ, ਕਿਉਂਕਿ ਦੇਖੋ ਮੋਬਾਈਲ ਫੜਨ ਤੇ ਕੋਈ ਸਖਤ ਕਾਨੂੰਨ ਹੈ ਹੀ ਨਹੀਂ ਹੈ, ਕੋਈ ਸਖਤ ਸਜ਼ਾ ਹੈ ਹੀ ਨਹੀਂ ਹੈ। ਕਿਉਂਕਿ ਜਦੋਂ ਦਾ ਜੇਲ੍ਹ ਤੁਸੀਂ ਦੇਖੋਗੇ ਜੇਲ੍ਹ ਵਾਲਾ ਕਾਨੂੰਨ ਹੈ, ਸਭ ਉਦੋਂ ਮੋਬਾਈਲ ਹੁੰਦੇ ਹੀ ਨਹੀਂ ਸੀ। ਮੋਬਾਈਲ ਐ ਆ ਵੀ ਮੰਨ ਲਓ ਜਿਵੇਂ ਆਪਣੇ ਘਰ ਦੇ ਵਿੱਚ ਆਪਾਂ ਕਿਸੇ ਬੱਚੇ ਨੂੰ ਕਿਹਾ ਹੋਵੇ ਕਿ ਕੁਰਕਰੇ ਨਹੀਂ ਖਾਣੇ ਤੇ ਉਹ ਕੁਰਕਰੇ ਦਾ ਪੈਕਟ ਲੈ ਆਵੇ, ਬਸ ਐਡੀ ਕੁ ਵੱਡੀ ਗੱਲ ਹੈ। ਠੀਕ ਹੈ ਨਾ। ਗੁਰਪ੍ਰੀਤ ਨੇ ਰੋਕਿਆ ਕਿ ਕਾਕੇ ਅੱਜ ਤੂੰ ਕੁਰਕਰੇ ਨਹੀਂ ਖਾਣੇ, ਤੇ ਕਾਕਾ ਜੀ ਉਥੋਂ ਗਲੀ ਦੇ ਮੋੜ ਤੋਂ ਜਾ ਕੇ ਦੁਕਾਨ ਤੋਂ ਲਾਲਾ ਜੀ ਤੋਂ ਲੈ ਆਇਆ। ਹੁਣ ਗੁਰਪ੍ਰੀਤ ਜੀ ਕੀ ਕਰੂਗਾ ਕਿ ਕੁੱਤੋਂ ਤੇ ਨੇ ਪਾੜ ਲਿਆ, ਨਾ ਲਾਲਾ ਜੀ ਨੇ ਵਾਪਸ ਕਰਨਾ ਤੇ ਨਾ ਗੁਰਪ੍ਰੀਤ ਜੀ ਨੇ ਹੁਣ ਸੁੱਟਣਾ। ਉਹਨੇ ਕਹਿਣਾ ਕਾਕਾ ਪੁੱਤ ਖਾ ਹੀ ਲਿਆ, ਹੁਣ ਤੂੰ ਕੱਲ ਨੂੰ ਨਾ ਖਾਈ। ਸੋ ਆਹ ਹਾਲ ਆ। ਸੋ ਇਸ ਵਾਸਤੇ ਉਹ ਜੋ ਸੰਵਿਧਾਨ ਦਾ ਦਾਇਰਾ ਹੈ ਉਹਦੇ ਵਿੱਚ ਹੀ ਰਹਿ ਕੇ ਇਹਨਾਂ ਨੇ ਟਿੱਪਣੀ ਕੀਤੀ ਹੈ। ਪਰ ਮੇਰਾ ਮੰਨਣਾ ਹੈ, ਦੇਖੋ ਗੱਲ ਇਹ ਆ ਕਿ ਇਹਨਾਂ ਨੇ ਐਸਟੀਡੀ ਤੇ ਵੀ ਕਿਹਾ ਕਿ ਐਸਟੀਡੀ ਜਿਹੜੀ ਹੈ ਉਹ ਵਧੀਆ ਢੰਗ ਨਾਲ ਚਲਾਓ, ਉਹਨਾਂ ਨੂੰ ਗੱਲਬਾਤ ਦਾ ਜਿਹੜਾ ਮੌਕਾ ਮਿਲੇ। ਸਭ ਤੋਂ ਵੱਡੀ ਗੱਲ ਇਹ ਆ ਕਿ ਕੁਝ ਨਾ ਕੁਝ ਤਾਂ ਫਿਰ ਇਸ ਤਰ੍ਹਾਂ ਦਾ ਦਾਅਵਾ ਰੱਖਣਾ ਵੀ ਪਵੇਗਾ ਤੁਹਾਨੂੰ, ਕਿਉਂਕਿ
ਅਸੀਂ ਇਹ ਹੁਣ ਪੱਕਾ ਕੈਦੀ ਹੋਏਗਾ ਮੇਰੇ ਖਿਆਲ ਦੇ ਨਾਲ। ਜਿਹੜਾ ਪੱਕਾ ਕੈਦੀ ਹੁੰਦਾ ਜ਼ਰੂਰ ਉਹ ਤਾਂ ਹੀ ਜਿਹੜਾ ਹੈ ਨਾ ਕਿਸੇ ਕੰਡਕਟ ਦਾ ਉਲੰਘਣ ਨਹੀਂ ਕਰਦਾ, ਉਹਦਾ ਕੰਡਕਟ ਤਾਂ ਹੀ ਅੱਛਾ ਹੁੰਦਾ ਕਿਉਂਕਿ ਉਹਨੂੰ ਪਤਾ ਹੁੰਦਾ ਹੈ ਕਿ ਕੱਲ ਨੂੰ ਮੇਰੀ ਕੈਦ ਵੱਧ ਸਕਦੀ ਹੈ, ਜੋ ਮੈਨੂੰ ਮਾਫੀ ਮਿਲਦੀ ਹੈ ਉਹਦਾ ਕੱਟ ਲੱਗ ਸਕਦਾ ਹੈ, ਜਾਂ ਮੇਰੀ ਛੁੱਟੀ ਰੁਕ ਸਕਦੀ ਹੈ। ਇਸੇ ਹਿਸਾਬ ਨਾਲ ਤਾਂ ਫਿਰ ਕੋਈ ਡਰ ਭੈ ਜਿਹੜਾ ਰਹੇਗਾ ਹੀ ਨਹੀਂ ਕੈਦੀ ਨੂੰ। ਪਰ ਮੇਰਾ ਮੰਨਣਾ ਹੈ ਕਿ ਮੋਬਾਈਲ ਦੇ ਮਾਮਲੇ ਦੇ ਵਿੱਚ ਜੋ ਸਖਤ ਕਾਨੂੰਨ ਨਹੀਂ ਹੈ, ਇਸੇ ਦੇ ਚੱਲਦਿਆਂ ਤੁਸੀਂ ਦੇਖੋਗੇ ਕਿ ਜੇਲ੍ਹਾਂ ਦੇ ਵਿੱਚ ਸੈਂਕੜੇ ਮੋਬਾਈਲ ਜਿਹੜੇ ਪਹੁੰਚਦੇ ਆ ਤੇ ਬਰਾਮਦ ਹੁੰਦੇ ਨੇ। ਜੀ, ਸੋ ਅੱਗੇ ਚੱਲਦੇ ਹਾਂ ਜੀ। ਪੰਜਾਬ ਦੇ ਵਿੱਚ ਵੀ ਰੈਜ਼ੀਡੈਂਟ ਡਾਕਟਰ ਦੇ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ। ਹਾਂਜੀ ਦੇਖੋ, ਇਹ ਅੰਮ੍ਰਿਤਸਰ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਕਿਹਾ ਗਿਆ ਹੈ ਕਿ ਰੈਜ਼ੀਡੈਂਟ ਡਾਕਟਰ ਦੇ ਨਾਲ ਛੇੜਛਾੜ ਹੋਈ ਹੈ। ਗੁਰੂ ਨਾਨਕ ਹਸਪਤਾਲ ਦਾ ਮਾਮਲਾ। ਫੀਮੇਲ ਰੈਜ਼ੀਡੈਂਟ ਡਾਕਟਰ ਨੇ ਕਿਹਾ ਕਿ 2 ਨੌਜਵਾਨਾਂ ਵੱਲੋਂ ਛੇੜਛਾੜ ਕੀਤੀ ਗਈ ਹੈ। ਜਦੋਂ ਉਹ ਡਿਊਟੀ ਖਤਮ ਕਰਕੇ ਆਪਣੇ ਕਮਰੇ 'ਚ ਜਾ ਰਹੀ ਸੀਗੀ, ਤਦੇ ਬਾਈਕ ਸਵਾਰ 2 ਨੌਜਵਾਨਾਂ ਨੇ ਉਹਦੇ ਨਾਲ ਛੇੜਛਾੜ ਕੀਤੀ ਆ, ਜਿਸ ਤੋਂ ਬਾਅਦ ਪ੍ਰਿੰਸੀਪਲ ਵੱਲੋਂ ਪੁਲਿਸ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਆ। ਫਿਲਹਾਲ ਇਹਨਾਂ ਨੌਜਵਾਨਾਂ ਨੂੰ ਫੜਨ ਵਾਸਤੇ ਪੁਲਿਸ ਯਤਨਸ਼ੀਲ ਹੈ, ਪਰ ਪੁਲਿਸ ਕਹਿੰਦੀ ਆ, ਏਸੀਪੀ ਜਿਹੜੇ ਮਨਿੰਦਰਪਾਲ ਸਿੰਘ ਆ, ਉਹ ਕਹਿੰਦੇ ਆ ਕਿ ਇਹ ਮਤਲਬ ਕਿ ਹੋਸਟਲ ਜਾ ਰਹੇ ਸਨ ਬੀਬੀ ਜੀ, ਤਾਂ ਗੱਲ ਇਹ ਆ ਕਿ ਜੋ ਇਹਨਾਂ ਦੇ ਨਾਲ ਹੋਇਆ ਉਹ ਲੁੱਟ ਖਸੁੱਟ ਦਾ ਮਾਮਲਾ ਹੈ, ਛੇੜਛਾੜ ਦਾ ਨਹੀਂ। ਆ ਦੇਖ ਲਓ ਕਿੱਡੀ ਬੇਸ਼ਰਮੀ ਹੈ ਲਾਅ ਐਂਡ ਆਰਡਰ, ਕਿ ਇੱਕ ਔਰਤ ਨੂੰ ਹੱਥ ਪਿਆ। ਹੁਣ ਉਹ ਕਹਿੰਦੀ ਆ ਕਿ ਮਾਮਲਾ ਛੇੜਛਾੜ ਦਾ, ਤੇ ਪੁਲਿਸ ਕਹਿੰਦੀ ਨਹੀਂ ਨਹੀਂ ਲੁੱਟਣਾ ਸੀ ਜੀ। ਤਾਂ ਤੁਸੀਂ ਕੀ ਚਾਹੁੰਦੇ ਹੋ ਕਿ ਮਤਲਬ ਕਿ ਇੱਜ਼ਤ ਹੀ ਲੁੱਟੀ ਜਾਵੇ, ਜਾਂ ਕਿ ਇੱਕ ਔਰਤ ਜਿਹੜੀ ਹੈ ਰਾਤ ਨੂੰ ਹੁਣ ਆਪਣੇ ਆਪ ਨੂੰ ਪੰਜਾਬ ਅੰਦਰ ਸੇਫ ਨਹੀਂ ਸਮਝ ਸਕਦੀ ਕਿ ਉਹ ਡਿਊਟੀ ਡਨ ਕਰਕੇ ਇੱਕ ਸ਼ਹਿਰ ਦੇ ਵਿੱਚ ਗਲੀ 'ਚ ਨਹੀਂ ਜਾ ਸਕਦੀ। ਕੋਈ ਚੈਨ ਖਿੱਚਣ ਵਾਲਾ ਆ ਜਾਏਗਾ, ਜਿਹੜਾ ਕੋਈ ਚੈਨ ਖਿੱਚਣ ਵਾਲਾ ਉਹ ਚੁੰਨੀ ਨਹੀਂ ਖਿੱਚੇਗਾ। ਸਭ ਤੁਸੀਂ ਕਿਵੇਂ ਤੈਅ ਕਰ ਸਕਦੇ ਹੋ ਜੀ? ਚੈਨ ਖਿੱਚਣ ਵਾਲਾ ਚੁੰਨੀ ਨਹੀਂ ਖਿੱਚੇਗਾ। ਉਹ ਐਡਾ ਸਾਊ ਹੋਏਗਾ, ਐਡਾ ਸ਼ਰੀਫ ਹੋਏਗਾ, ਉਹਦੀ ਇੱਜ਼ਤ ਨੂੰ ਹੱਥ ਨਹੀਂ ਪਾਏਗਾ। ਕਿ ਤੁਸੀਂ ਚੋਰ ਉਚੱਕਿਆਂ ਦੀ ਜ਼ਮਾਨਤ ਕੀਤੀ ਹੋਈ ਹੈ ਇਸ ਮਾਮਲੇ 'ਚ। ਸੋ ਬੜਾ ਮੈਨੂੰ ਲੱਗਦਾ ਕਿ ਮਾਮਲਾ ਜਿਹੜਾ ਹੈ ਉਹ ਭੱਦੇ ਢੰਗ ਦੇ ਨਾਲ, ਬੜੇ ਹੀ ਮੈਂ ਕਹੂੰਗਾ ਕਿ ਨੀਵੇਂ ਢੰਗ ਦੇ ਨਾਲ ਪੁਲਿਸ ਵੱਲੋਂ ਹੈਂਡਲ ਕੀਤਾ ਗਿਆ ਹੁਣ ਤੱਕ ਲੱਗਦਾ ਹੈ ਜੀ। ਸੋ ਬੜੀ ਉੱਚੀ ਜੀ ਗੱਲ ਹੈ ਪੁਲਿਸ ਦੀ। ਪਰ ਆਪਾਂ ਅੱਗੇ ਚੱਲਦੇ ਹਾਂ। ਅਗਲਾ ਸਵਾਲ ਇਹ ਜੀ, ਕਾਂਗਰਸ ਨੇ ਕਸ਼ਮੀਰੀਆਂ ਦੇ ਨਾਲ ਵੱਡਾ ਵਾਅਦਾ ਕੀਤਾ ਹੈ ਜੀ, ਕੀ ਵਾਅਦਾ ਹੈ? ਦੇਖੋ, ਰਾਹੁਲ ਗਾਂਧੀ ਨੇ ਕਹਿ ਦਿੱਤਾ ਹੈ ਕਿ ਆਰਐਸਐਸ ਭਾਜਪਾ ਇਹ ਨਫ਼ਰਤ ਅਤੇ ਹਿੰਸਾ ਫੈਲਾ ਰਹੇ ਆ, ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੇ, ਅਸੀਂ ਜੋੜਾਂਗੇ। ਤਾਂ ਨਾਲ ਕਿਹਾ ਕਿ ਇੱਥੇ ਇਹਨਾਂ ਨੇ ਐਲਜੀ ਨੂੰ ਰਾਜਾ ਬਣਾ ਰੱਖਿਆ, ਇਹਨੂੰ ਸੂਬੇ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ। ਮੋਦੀ ਜੀ ਰਾਜਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਰਹੇ ਆ। ਉਹ ਕਹਿੰਦੇ ਆ ਕਿ ਹੁਣ ਅਸੀਂ ਜਦੋਂ ਆਵਾਂਗੇ ਤਾਂ ਇਸ ਨੂੰ ਪੂਰਨ ਰਾਜ ਦਾ ਦੁਬਾਰਾ ਦਰਜਾ ਦੇਵਾਂਗੇ। ਦੇਖੋ, ਉੱਥੇ ਬੇਸ਼ੱਕ ਇਹਨਾਂ ਨੇ ਬਹੁਤ ਹੀਲ ਹੁਜਤ ਕੀਤੀ ਆ, ਪਰ ਇਹਨਾਂ ਜ਼ਿਆਦਾ ਜਿਹੜਾ ਹੈ ਨਾ ਕੰਮ ਧੰਦਾ ਇਹਨਾਂ ਦਾ ਸੈੱਟ ਨਹੀਂ ਜੇ ਹੈਗਾ ਉੱਥੇ। ਦੂਜੀ ਚੀਜ਼ ਸਾਹਿਬ ਇਹ ਆ ਕਿ ਬੀਬੀ ਮਹਿਬੂਬਾ ਜੀ ਦੇ ਕਰਕੇ ਉੱਥੇ ਭਾਜਪਾ ਦੀ ਜੜ ਲੱਗਣੀ ਸਟਾਰਟ ਹੋਈ ਆ, ਜਿਹਦੀ ਇੱਕ ਗਲਤੀ ਨੇ ਕਸ਼ਮੀਰ ਨੂੰ ਕਹਿ ਲਓ ਕਿ ਪਛੋਤਾਵੇ ਵਿੱਚ ਪਾਇਆ ਹੈ। ਸਾਰਾ ਕੰਮ ਉਸ ਪੈਰੋਂ ਹੀ ਖਰਾਬ ਹੋਇਆ। ਉਹਦਾ ਤਾਂ ਐਤਕੀ ਸੁਫੜਾ ਸਾਫ਼ ਹੈ ਉੱਥੇ। ਠੀਕ ਹੈ ਜੀ, ਭਾਜਪਾ ਜ਼ਰੂਰ ਹੈਗੀ ਆ, ਪਰ ਭਾਜਪਾ ਕੋਈ ਏਡੀ ਵੱਡੀ ਤਾਕਤ 'ਚ ਨਹੀਂ ਹੈਗੀ ਕਿ ਉਹ ਜੋ ਹੈਗੀ ਆ ਨੈਸ਼ਨਲ ਕਾਨਫਰੰਸ ਜਾਂ ਕਾਂਗਰਸ ਇਹਨਾਂ ਨੂੰ ਰੋਕ ਲਵੇ। ਠੀਕ ਆ, ਜੰਮੂ ਰੀਜਨ ਦੇ ਵਿੱਚ ਮੁਕਾਬਲਾ ਹੋ ਸਕਦਾ, ਪਰ ਕਿਉਂਕਿ ਉੱਥੇ ਵੋਟ ਜਿਹੜੀ ਹੈ ਉਹ ਕਿੰਨੇ % ਪੋਲ ਹੁੰਦੀ ਹੈ, ਜੰਮੂ ਰੀਜਨ 'ਚ ਕਿੰਨੀ ਹੁੰਦੀ ਹੈ, ਕਸ਼ਮੀਰ ਰੀਜਨ 'ਚ ਕਿੰਨੀ ਹੁੰਦੀ ਆ, ਇਹੀ ਗੱਲਾਂ ਚੀਜ਼ਾਂ ਜਿਹੜੀਆਂ ਨੇ ਉਹ ਤੈਅ ਕਰਨਗੀਆਂ ਕੀ। ਮੈਨੂੰ ਲੱਗਦਾ ਕਿ ਉੱਥੇ ਦੀ ਦਾਲ ਆਪਣੀ ਪਤਲੀ ਕਰਵਾਏਗੀ ਜੀ। ਇਹਨਾਂ ਦਾ ਤਾਂ ਕਹਿ ਲਓ ਕਿ ਲੇਹ ਲਦਾਖ 'ਚ ਵੀ ਜੇ ਤੁਸੀਂ ਦੇਖੋਗੇ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਜੀ। ਜੀ ਹਾਂਜੀ ਹਾਂਜੀ, ਮੈਂ ਗੱਲ ਕਰ ਲਈ ਹੈ ਜੀ। ਜੀ, ਸੋ ਲੇਹ ਲਦਾਖ ਵਾਲੇ ਤਾਂ ਉਧਰੋਂ ਵਾਂਗੜੂ ਹੁਣੀ ਇੱਧਰ ਨੂੰ ਤੁਰੇ ਨੇ, ਕਹਿੰਦੇ ਦਿੱਲੀ ਨੂੰ ਜਾਣਾ ਹੈ। ਸੋ ਦੇਖਦੇ ਹਾਂ ਬਣਦਾ ਕੀ ਹੈ। ਸੋ ਤੁਸੀਂ ਖਬਰਾਂ ਤੇ ਚੱਲਣਾ ਪਿਆ। ਬਹੁਤ ਬਹੁਤ ਧੰਨਵਾਦ ਜੀ। ਜੀ ਉਹ ਵਿਰੋਧ ਦੇ ਵਿੱਚ ਨੇ। ਹਾਂਜੀ, ਧੰਨਵਾਦ ਜੀ, ਸ਼ੁਕਰੀਆ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਪੰਜਾਬ ਤੇ ਭਾਰਤ ਦੇ ਨਾਲ ਸਰੋਕਾਰ ਰੱਖਦੀਆਂ ਵੱਖ-ਵੱਖ ਖਬਰਾਂ ਦੇ ਉੱਪਰ ਚਾਨਣਾ ਪਾਇਆ।
ਪ੍ਰੋਗਰਾਮ ਖਬਰ ਤੇ ਨਜ਼ਰ ਤੁਹਾਨੂੰ ਕਿਹੋ ਜਿਹਾ ਲੱਗਿਆ? ਤੁਸੀਂ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਜ਼ਰੀਏ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ। ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹੋਰ ਬਿਹਤਰੀ ਲਿਆਉਣ ਦੇ ਵਚਨਬੱਧ ਹਾਂ। ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਅੱਗੇ ਤੋਂ ਹੋਰ ਵੀ ਚੰਗੇ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਜੁੜਦੇ ਰਹਾਂਗੇ। ਤਦ ਤੱਕ ਲਈ ਤੁਸੀਂ ਪੰਜਾਬੀ ਰੇਡੀਓ USA ਦੇ ਅਗਲੇ ਪ੍ਰੋਗਰਾਮ ਸੁਣਦੇ ਰਹੋ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ।